ਸਤਨਾਮ ਵਾਹਿਗੁਰੂ ਸਾਹਿਬ ਜੀ। ਸਾਰੰਗ ਮਹਿਲਾ ਪੰਜਵਾਂ। ਮਨ ਸਦਾ ਮੰਗਲ ਗੋਬਿੰਦ ਗਾਏ, ਰੋਗ ਸੋਗ ਤੇਰੇ ਮਿਟਹਿ ਸਗਲ। ਰੋਗ ਸੋਗ ਤੇਰੇ ਮਿਟਹਿ ਸਗਲ ਅਗ, ਨਿਮਖ ਹੀਐ ਹਰ ਨਾਮ ਧਿਆਏ। ਮਨ ਸਦਾ ਮੰਗਲ ਗੋਬਿੰਦ ਗਾਏ, ਰੋਗ ਸੋਗ ਤੇਰੇ ਮਿਟਹਿ ਸਗਲ ਅਗ, ਨਿਮਖ ਹੀਐ ਹਰ ਨਾਮ ਧਿਆਏ। ਰਹਾਉ। ਛੋੜ ਸਿਆਣਪ ਬਹੁ ਚਤੁਰਾਈ, ਸਾਧੂ ਸਰਣੀ ਜਾਏ ਪਾਏ। ਜੋ ਹੋਏ ਕਿਰਪਾਲ ਦੀਨ ਦੁਖ ਭੰਜਨ, ਜਮ ਤੇ ਹੋਵੇ ਧਰਮ ਰਾਏ। ਏਕ ਸਬਿਨ ਨਾਹੀ ਕੋ ਦੂਜਾ, ਆਨ ਨ ਬਿਯੋ ਲਵੈ ਲਾਏ। ਮਾਤ ਪਿਤਾ ਭਾਈ ਨਾਨਕ ਕੋ, ਸੁਖ ਦਾਤਾ ਹਰ ਪ੍ਰਾਨ ਸਾਏ। ਏਕ ਸਬਿਨ ਨਾਹੀ ਕੋ ਦੂਜਾ, ਆਨ ਨ ਬਿਯੋ ਲਵੈ ਲਾਏ। ਮਾਤ ਪਿਤਾ ਭਾਈ ਸੁਤ ਨਾਨਕ ਕੋ, ਸੁਖ ਦਾਤਾ ਹਰ ਪ੍ਰਾਨ ਸਾਏ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਪਰਮ ਸਤਿਕਾਰਯੋਗ ਗੁਰੂ ਰੂਪ ਖਾਲਸਾ ਸਾਧ ਸੰਗਤ ਜੀਓ, ਵਾਹਿਗੁਰੂ ਜੀ ਦੀ ਬਖਸ਼ਿਸ਼ ਸਦਕਾ ਅੰਮ੍ਰਿਤ ਵੇਲੇ ਸਤਿਗੁਰੂ ਜੀ ਦੇ ਪਾਵਨ ਪਵਿੱਤਰ ਦਰਸ਼ਨ ਦੀਦਾਰ ਕਰਨ ਦਾ ਸੁਭਾਗ ਪ੍ਰਾਪਤ ਹੋਇਆ ਹੈ। ਇਲਾਹੀ ਬਾਣੀ ਦਾ ਕੀਰਤਨ ਗੁਰੂ ਕੇ ਕੀਰਤਨੀਆਂ ਪਾਸੋਂ ਆਪ ਜੀ ਸਰਵਣ ਕਰ ਰਹੇ ਸੀ। ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਪਾਵਨ ਬਾਣੀ ਦੀ ਵਿਚਾਰ ਜੋ ਹਰ ਰੋਜ਼ ਆਪ ਜੀ ਸਰਵਣ ਕਰਦੇ ਹੋ, ਉਸ ਦੇ ਨਾਲ ਸੰਬੰਧਿਤ ਗੁਰੂ ਕੇ ਇਹ ਪਾਵਨ ਬਚਨ ਸਾਰੰਗ ਰਾਗ ਵਿੱਚੋਂ ਆਪ ਜੀ ਸਰਵਣ ਕਰ ਰਹੇ ਸੀ। ਇਹ ਮੁੱਖ ਵਾਕ ਧੰਨ ਗੁਰੂ ਅਰਜਨ ਦੇਵ ਜੀ ਮਹਾਰਾਜ ਦਾ ਬਖਸ਼ਿਸ਼ ਕੀਤਾ ਹੋਇਆ ਹੈ। ਸਤਿਗੁਰੂ ਜੀ ਇਸ ਮੁੱਖ ਵਾਕ ਰਾਹੀਂ ਸਾਨੂੰ ਜੀਵਾਂ ਨੂੰ ਪਰਮਾਤਮਾ ਦੇ ਗੁਣ ਗਾਉਣ ਦੀ ਪ੍ਰੇਰਣਾ ਕਰ ਰਹੇ ਨੇ। ਵੈਸੇ ਤੇ ਮਨੁੱਖ ਹਮੇਸ਼ਾ ਹੀ ਕਿਸੇ ਨਾ ਕਿਸੇ ਦੇ ਗੁਣ ਗਾਉਂਦਾ ਹੀ ਰਹਿੰਦਾ ਹੈ। ਕਿਸੇ ਦੁਨਿਆਵੀ ਮਨੁੱਖ ਨੇ ਉਹਦੀ ਕੋਈ ਮਦਦ ਕੀਤੀ ਹੋਏ, ਕੋਈ ਉਹਨੂੰ ਸੁੱਖ ਦਿੱਤਾ ਹੋਏ, ਉਹਨੂੰ ਬੜਾ ਚੇਤੇ ਕਰਦਾ ਹੈ। ਕਿਸੇ ਨੇ ਸਾਡੀ ਜ਼ਿੰਦਗੀ 'ਚ ਔਖੇ ਟਾਈਮ 'ਤੇ ਸਾਡੀ ਸਾਥ ਦਿੱਤਾ ਹੋਏ, ਮਦਦ ਕੀਤੀ ਹੋਏ, ਅਸੀਂ ਉਹਨੂੰ ਜਦੋਂ ਆਪਣੇ ਲੋਕਾਂ 'ਚ, ਸਮਾਜ 'ਚ ਜਾਂ ਮਿੱਤਰਾਂ 'ਚ ਬੈਠ ਕੇ ਚੇਤੇ ਕਰਦੇ ਹਾਂ, ਤੇ ਅਕਸਰ ਕਹਿੰਦੇ ਵੀ ਉਹਦੇ ਬੜੇ ਗੁਣ ਗਾਉਂਦੇ ਤੂੰ। ਗੁਣ ਗਾਉਣ ਦਾ ਅਰਥ ਹੁੰਦਾ ਚੇਤੇ ਕਰਨਾ, ਮੰਗਲ ਗਾਉਣ ਦਾ ਅਰਥ ਹੁੰਦਾ ਹੈ ਕਿਸੇ ਦੀ ਵਡਿਆਈ ਕਰਨਾ। ਮਨੁੱਖ ਦੁਨਿਆਵੀ ਤੌਰ ਤੇ ਮਨੁੱਖਾਂ ਦੀ ਵਡਿਆਈ, ਮਨੁੱਖਾਂ ਦੇ ਗੁਣ ਗਾਉਂਦਾ ਰਹਿੰਦਾ, ਪਰ ਸਤਿਗੁਰੂ ਜੀ ਕਹਿੰਦੇ ਗੁਣ ਗਾਉਣੇ ਨੇ, ਸਿਫਤ ਸਲਾਹ ਕਰਨੀ ਤੇ ਪਰਮਾਤਮਾ ਦੀ ਕਰ। ਪਰਮਾਤਮਾ ਜਿਸ ਨੇ ਸਾਨੂੰ ਸਭ ਕੁਝ ਦਿੱਤਾ ਹੈ, ਇਹ ਜ਼ਿੰਦਗੀ ਦੇ ਅੰਦਰ ਜੋ ਕੁਝ ਵੀ ਹੈ ਇਹ ਪਰਮਾਤਮਾ ਦੀ ਬਖਸ਼ਿਸ਼ ਸਦਕਾ ਹੈ। ਜਦੋਂ ਮਨੁੱਖ ਨੂੰ ਗਿਆਨ ਹੋ ਜਾਂਦਾ ਹੈ ਨਾ, ਸੋਝੀ ਹੋ ਜਾਂਦੀ ਹੈ, ਫਿਰ ਤੇ ਉਹ ਭਾਵੇਂ ਦੁਨਿਆਵੀ ਰਿਸ਼ਤੇਦਾਰਾਂ ਵੱਲ ਦੇਖੇ, ਪਦਾਰਥਾਂ ਵੱਲ ਦੇਖੇ, ਕਿਤੇ ਵਸਤੂਆਂ ਜਾਂ ਥਾਵਾਂ ਵੱਲ ਦੇਖੇ, ਹਰ ਥਾਂ ਤੋਂ ਉਹਨੂੰ ਪਰਮਾਤਮਾ ਹੀ ਨਜ਼ਰ ਆਏਗਾ। ਔਰ ਉਹਦੇ ਮਨੋਂ ਇੱਕ ਬਚਨ ਨਿਕਲੇਗਾ ਕਿ ਤੂੰ ਮੇਰਾ ਪਿਤਾ, ਤੂੰ ਹੈ ਮੇਰਾ ਮਾਤਾ, ਤੂੰ ਮੇਰਾ ਬੰਧਪ, ਤੂੰ ਮੇਰਾ ਭਰਾਤਾ, ਤੂੰ ਮੇਰਾ ਰਾਖਾ ਸਭਨੀ ਥਾਈ,
ਤਾਂ ਪਾਓ ਕਿਹਾ ਕਾੜਾ ਜੀਓ, ਕਿ ਸਾਡੇ ਮਾਂ ਪਿਓ ਦੇ ਰੂਪ 'ਚ ਵੀ ਤੁਸੀਂ ਪਾਲ ਰਹੇ ਹੋ ਸਾਨੂੰ, ਭੈਣਾਂ ਭਰਾਵਾਂ ਦੇ ਰੂਪ 'ਚ ਤੁਸੀਂ ਸਾਡੇ ਮਦਦਗਾਰ ਹੋ, ਪਦਾਰਥਾਂ ਦੇ ਰਾਹੀਂ ਤੁਸੀਂ ਸਾਡੀ ਸੰਭਾਲ ਕਰ ਰਹੇ ਹੋ। ਪਰ ਇਹ ਕੁਝ ਤਾਂ ਹੁੰਦਾ ਜਦੋਂ ਮਨੁੱਖ ਦੀ ਸੁਰਤ ਉੱਚੀ ਉੱਠਦੀ ਹੈ। ਸਤਿਗੁਰੂ ਜੀ ਕਹਿੰਦੇ ਜ਼ਿੰਦਗੀ ਦੇ ਅੰਦਰ ਜੇ ਅਸੀਂ ਸੁਖੀ ਹੋਣਾ ਹੈ, ਆਨੰਦ ਮਾਣਨਾ ਹੈ, ਤੇ ਪਰਮਾਤਮਾ ਦੇ ਮੰਗਲ ਕਰਿਆ ਕਰੀਏ, ਉਹਦੀ ਸਿਫਤ ਸਲਾਹ ਕਰਿਆ ਕਰੀਏ, ਉਹਦੇ ਗੁਣ ਗਾਇਆ ਕਰੀਏ। ਪਰਮਾਤਮਾ ਦੇ ਗੁਣ ਗਾਉਣ ਦੇ ਜੋ ਲਾਭ ਨੇ ਉਹਨੂੰ ਪੂਰਨ ਤੌਰ ਤੇ ਅਸੀਂ ਨਹੀਂ ਬਿਆਨ ਕਰ ਸਕਦੇ, ਕਿਉਂਕਿ ਪਰਮਾਤਮਾ ਦੇ ਵਿੱਚ ਲਿਵਲੀਨ ਹੋ ਕੇ ਪਰਮ ਆਨੰਦ ਮਿਲਦਾ। ਅੱਜ ਦੇ ਮੁੱਖ ਵਾਕ ਰਾਹੀਂ ਸਤਿਗੁਰੂ ਜੀ ਕਹਿੰਦੇ ਜੇ ਪਰਮਾਤਮਾ ਦੇ ਗੁਣ ਗਾਓਗੇ ਤੁਹਾਡਾ ਪਰਮਾਤਮਾ ਨਾਲ ਪਿਆਰ ਬਣ ਜਾਏਗਾ। ਪਰਮਾਤਮਾ ਦੇ ਗੁਣ ਜਿਉਂ-ਜਿਉਂ ਗਾਵਾਂਗੇ, ਉਹਦੀ ਕੀਰਤੀ ਕਰਾਂਗੇ, ਸਾਡੇ ਅੰਦਰੋਂ ਮੈਲ ਮਿਟੇਗੀ, ਸਾਡੇ ਅੰਦਰੋਂ ਦੁਬਿਧਾ ਮਿਟੇਗੀ, ਸਾਡੇ ਅੰਦਰੋਂ ਸਹਿਮ ਮਿਟੇਗਾ। ਮਨੁੱਖ ਦੀ ਜ਼ਿੰਦਗੀ ਦੇ ਅੰਦਰ ਇਹ ਜਿਹੜੇ ਦੁੱਖ ਨੇ ਜਿਨ੍ਹਾਂ ਕਰਕੇ ਮਨੁੱਖ ਪਰਮਾਤਮਾ ਨਾਲੋਂ ਟੁੱਟੇ ਹੋਏ, ਉਹ ਸਾਰੇ ਖਤਮ ਹੋ ਜਾਣਗੇ। ਅੱਜ ਦੇ ਸਮੁਖ ਵਾਕ ਅੰਦਰ ਸਤਿਗੁਰੂ ਜੀ ਨੇ ਧਰਮ ਰਾਜ, ਜਮ ਰਾਜ ਅਜਿਹੇ ਲਫ਼ਜ਼ ਵਰਤੇ ਨੇ। ਦੇਖੋ ਗੁਰੂ ਸਾਹਿਬ ਜੀ ਨੇ ਮਨੁੱਖਤਾ ਨੂੰ ਸਮਝਾਉਣ ਦੇ ਲਈ ਜਿਹੋ ਜਿਹੇ ਇਲਾਕੇ 'ਚ, ਜਿਹੋ ਜਿਹੇ ਸੱਭਿਆਚਾਰ 'ਚ ਗਏ, ਉਸ ਜੀ ਬੋਲੀ ਵੀ ਵਰਤੀ ਹੈ। ਇਹਦਾ ਮਤਲਬ ਇਹ ਨਹੀਂ ਕਿ ਸਤਿਗੁਰੂ ਜੀ ਇਹਨਾਂ ਚੀਜ਼ਾਂ ਨੂੰ ਮੰਨਦੇ ਨੇ। ਅਸੀਂ ਬੱਚੇ ਨੂੰ ਸਮਝਾਉਣਾ ਹੋਏ ਤੇ ਬੱਚਿਆਂ ਵਾਲੀ ਬੋਲੀ, ਉਹ ਜਿਹੀਆਂ ਚੀਜ਼ਾਂ ਦਾ ਉਹਨੂੰ ਲਾਲਚ ਦਿੰਦੇ ਆ। ਦੂਸਰੇ ਕਿਸੇ ਇਲਾਕੇ 'ਚ ਜਾਈਏ, ਉੱਥੋਂ ਦੀ ਬੋਲੀ ਬੋਲ ਕੇ ਉੱਥੋਂ ਦੀਆਂ ਉਦਾਹਰਨਾਂ ਅਸੀਂ ਦਿੰਦੇ ਆ। ਜਿੱਦਾਂ ਦੇ ਲੋਕਾਂ 'ਚ ਆ, ਜਿਹੋ ਜਿਹੇ ਸੱਭਿਆਚਾਰ 'ਚ ਆ, ਉੱਦਾਂ ਦੀ ਸ਼ਬਦਾਵਲੀ ਅਸੀਂ ਵਰਤਦੇ ਹਾਂ। ਗੁਰੂ ਸਾਹਿਬ ਜੀ ਨੇ ਧਰਮ ਰਾਜ, ਜਮ ਰਾਜ ਲਫ਼ਜ਼ ਵਰਤਿਆ। ਇਹਦਾ ਮਤਲਬ ਇਹ ਨਹੀਂ ਕਿ ਉਹਨੂੰ ਮੰਨਦੇ ਨੇ। ਪੁਰਾਣਾਂ ਦੀ ਇਹ ਸ਼ਬਦਾਵਲੀ ਹੈ। ਪੁਰਾਣਾਂ 'ਚ ਜਾਂ ਇਵੇਂ ਕਹਿ ਲਓ ਹਿੰਦੂ ਗ੍ਰੰਥਾਂ ਦੇ ਅੰਦਰ ਧਰਮ ਰਾਜ ਦੀ ਚਰਚਾ ਹੈ ਕਿ ਧਰਮ ਰਾਜ ਹੈ, ਇਹ ਸੂਰਜ ਦਾ ਪੁੱਤਰ ਹੈ, ਇਹਦੀ ਝੋਟੇ ਤੇ ਸਵਾਰੀ ਹੈ। ਜਮ ਰਾਜ ਹੈ। ਇਹੋ ਜਿਹੀਆਂ ਉਦਾਹਰਣਾਂ ਉੱਥੇ ਦਿੱਤੀਆਂ ਹੋਈਆਂ ਨੇ। ਹੁਣ ਸਤਿਗੁਰੂ ਜੀ ਨੇ ਤੇ ਅਜਰਾਇਲ ਫਰਿਸ਼ਤੇ ਦੀ ਵੀ ਗੱਲ ਕੀਤੀ ਹੈ। ਅਜਰਾਇਲ ਫਰਿਸ਼ਤਾ ਬੈਠਾ ਕੱਢ ਵਹੀ। ਕਿਤੇ ਸਤਿਗੁਰੂ ਜੀ ਨੇ ਸੁਰਗ ਦੀ ਗੱਲ ਕੀਤੀ, ਕਿਤੇ ਬਿਸਤ ਦੀ ਕੀਤੀ ਹੋਈ ਹੈ। ਕਿਤੇ ਸਤਿਗੁਰੂ ਜੀ ਨੇ 84 ਲੱਖ ਜੂਨਾਂ ਦੀ, ਕਿਤੇ ਸਪਤ ਪਤਾਲ ਦੀ ਗੱਲ ਕੀਤੀ ਹੋਈ ਹੈ। ਇਹ ਸਾਰੀਆਂ ਗੱਲਾਂ ਸਤਿਗੁਰੂ ਜੀ ਨੇ ਲੋਕਾਂ ਨੂੰ ਸਮਝਾਉਣ ਲਈ ਉਹਨਾਂ ਦੀ ਪ੍ਰਚਲਿਤ ਬੋਲੀ ਨੂੰ ਵਰਤ ਕੇ ਸਮਝਾਇਆ। ਲੇਕਿਨ ਗੁਰਮਤਿ ਦਾ ਸਿਧਾਂਤ ਇਹਨਾਂ ਤੋਂ ਨਿਵੇਕਲ ਹੈ, ਵੱਖਰਾ ਹੈ। ਹੁਣ ਧਰਮ ਰਾਜ, ਜਮ ਰਾਜ ਲਫ਼ਜ਼ ਵਰਤੇ ਨੇ। ਭਾਈ ਸਾਹਿਬ, ਭਾਈ ਕਾਹਨ ਸਿੰਘ ਜੀ ਨੇ ਜਦੋਂ ਧਰਮ ਰਾਜ ਦਾ ਅਰਥ ਕੀਤਾ, ਕਹਿੰਦੇ ਉਹ ਨਿਆਂ ਕਰਨ ਵਾਲਾ ਕਰਤਾਰ ਪਰਮਾਤਮਾ, ਧਰਮ ਦਾ ਰਾਜ ਹੈ ਜਿਹਦਾ। ਲੇਕਿਨ ਪੁਰਾਣਿਕ ਗ੍ਰੰਥਾਂ 'ਚ ਕੋਈ ਵੱਖਰੀ ਕਚਹਿਰੀ ਧਰਮ ਰਾਜ ਦੀ ਦੱਸੀ ਹੋਈ ਹੈ। ਮਨੁੱਖ ਜਮ ਰਾਜ ਜਾਂ ਜਮ ਜਾਲ 'ਚ ਫਸਦਾ ਕਦੋਂ? ਜਮ ਰਾਜ ਨੂੰ ਹੀ ਜਮ ਧਰਮ ਰਾਜ ਕਿਹਾ ਹੋਇਆ ਹੈ। ਭਾਈ ਗੁਰਦਾਸ ਜੀ ਨੇ ਵੀ ਇੱਕ ਸ਼ਬਦ ਵਰਤਿਆ। ਇਵੇਂ ਕਹਿ ਲਓ ਕਿ ਜਿਹੜੇ ਪਾਪੀ ਲੋਕ ਨੇ, ਮਾੜੇ ਲੋਕ ਨੇ, ਉਹਨਾਂ ਨੂੰ ਜਮ ਰਾਜ ਦਾ ਡਰ ਦਿੱਤਾ। ਜਿੱਥੇ ਨਰਕਾਂ 'ਚ ਸਜ਼ਾਵਾਂ ਦਿੱਤੀਆਂ ਜਾਂਦੀਆਂ ਨੇ, ਜਮਦੂਤਾਂ ਦਾ ਡਰ ਦਿੱਤਾ। ਜਿਹੜੇ ਧਰਮੀ ਲੋਕ ਨੇ ਉਹਨਾਂ ਨੂੰ ਧਰਮ ਰਾਜ ਦੀ ਗੱਲ ਕਹਿ ਕੇ ਸਮਝਾਇਆ ਹੋਇਆ। ਲੇਕਿਨ ਗੁਰਬਾਣੀ ਨੇ ਜਿਸ ਧਰਮ ਰਾਜ ਦੀ ਗੱਲ ਕੀਤੀ ਹੈ ਉਹ ਹੈ ਪਰਮਾਤਮਾ। ਗੁਰਬਾਣੀ ਦਾ ਦੇਖੋ ਕਿੰਨਾ ਪਿਆਰਾ ਬਚਨ ਹੈ ਕਿ ਕਰਮੀ ਆਪੋ ਆਪਣੀ ਕੇ ਨੇੜੇ ਕੇ ਦੂਰ। ਆਪਣੇ ਕੰਮਾਂ ਕਰਕੇ ਅਸੀਂ ਰੱਬ ਦੇ ਨੇੜੇ ਹੋਣਾ ਹੈ, ਕੰਮਾਂ ਕਰਕੇ ਦੂਰ ਹੋਣਾ ਹੈ। ਦੁੱਖ ਸੁੱਖ ਸਾਨੂੰ ਆਪਣੇ ਕੰਮਾਂ ਕਰਕੇ ਮਿਲਣਾ ਹੈ। ਔਰ ਵਾਹਿਗੁਰੂ ਜੀ ਨੂੰ ਨਿਆਂਕਾਰੀ ਦੱਸਦੇ ਆ, ਧਰਮ ਰਾਜ ਦੱਸਦੇ ਆ। ਹਰ ਕੀ ਵਡਿਆਈ ਵੱਡੀ ਹੈ ਜਨ ਨਿਆਉ ਹੈ ਧਰਮ ਕਾ। ਹਰ ਕਾ ਇੱਕ ਅਚੰਬਾ ਦੇਖਿਓ ਮੇਰੇ ਲਾਲ ਜੀਓ, ਜੋ ਕਰੇ ਸੋ ਧਰਮ ਨਿਆਏ ਰਾਮ। ਉਹ ਪਰਮਾਤਮਾ ਹੀ ਧਰਮ ਦਾ ਨਿਆਂ ਕਰਨ ਵਾਲਾ ਹੈ। ਇਸ ਕਰਕੇ ਇਹ ਜਿਹੜੀਆਂ ਸਤਿਗੁਰੂ ਜੀ ਨੇ ਉਦਾਹਰਣਾਂ ਦਿੱਤੀਆਂ ਨੇ ਲੋਕਾਂ ਨੂੰ ਸਮਝਾਉਣ ਦੇ ਲਈ ਕਿ ਪਰਮਾਤਮਾ ਦੇ ਪਿਆਰ 'ਚ ਜੁੜਾਂਗੇ, ਅਸੀਂ ਦੁੱਖਾਂ ਤੋਂ ਬਚਾਂਗੇ। ਹੁਣ ਜਮਰਾਜ ਕੀ ਹੈ, ਜਮਦੂਤ ਕੀ ਹੈ? ਮਨੁੱਖ ਇਹਨਾਂ ਦੇ ਜਾਲ 'ਚ ਫਸਦਾ ਕਦੋਂ ਹੈ? ਇਹਨਾਂ ਦੇ ਜਾਲ 'ਚ ਫਸਣ ਦਾ ਮੁੱਖ ਕਾਰਨ ਮਨੁੱਖ ਦੀ ਜ਼ਿੰਦਗੀ 'ਚ ਹੁੰਦਾ ਪਹਿਲੀ ਗੱਲ ਦੁੱਖ। ਕੁਝ ਸਰੀਰਕ ਦੁੱਖ ਹੁੰਦੇ ਨੇ, ਕੁਝ ਮਾਨਸਿਕ ਦੁੱਖ ਹੁੰਦੇ ਨੇ।
ਅਗਲੀ ਗੱਲ ਭੁੱਖ। ਮਨੁੱਖ ਆਪਣੀ ਜ਼ਿੰਦਗੀ 'ਚ ਸਿਧਾਂਤ ਤੋਂ ਥਿੜਕਦਾ ਕਦੋਂ ਹੈ ਜਾਂ ਅਸੂਲਾਂ ਤੋਂ ਥਿੜਕਦਾ ਕਦੋਂ ਹੈ? ਜਿਨ੍ਹਾਂ ਲੋਕਾਂ ਨੇ ਕਿਸੇ ਨੂੰ ਆਪਣੇ ਅਧੀਨ ਕਰਨਾ ਹੁੰਦਾ ਹੈ, ਆਪਣੀ ਮਰਜ਼ੀ ਨਾਲ ਚਲਾਉਣਾ ਹੁੰਦਾ ਹੈ, ਉਹਨੂੰ ਸਰੀਰਕ ਤੌਰ ਤੇ ਟਾਰਚਰ ਕੀਤਾ ਜਾਂਦਾ ਹੈ, ਸਰੀਰਕ ਤੌਰ ਤੇ ਤਸੱਦਦ ਕੀਤਾ ਜਾਂਦਾ ਹੈ। ਤੇ ਜਿਹੜੇ ਉਸ ਤਸੱਦਦ ਨੂੰ ਦੇਖ ਕੇ ਈਨ ਮੰਨ ਲੈਣ ਜਾਂ ਸਿਧਾਂਤ ਤੋਂ ਥਿੜਕ ਜਾਣ, ਉਹ ਸਮਝੋ ਜਮਜਾਲ 'ਚ ਫਸ ਗਏ। ਉਹ ਫਿਰ ਕੀ ਹੈ? ਝੂਠ ਬੋਲਣਗੇ, ਨੀਵੇਂ ਕੰਮ ਕਰਨਗੇ, ਔਗਣ ਕਰਨਗੇ, ਬੁਰਾਈਆਂ ਕਰਨਗੇ। ਜਿਹੜੇ ਉਸ ਤਸੱਦਦ ਨੂੰ ਦੇਖ ਕੇ ਨਹੀਂ ਡਰੇ, ਦੇਖੋ ਸਰੀਰਕ ਤੌਰ ਤੇ ਹਰ ਕਿਸੇ ਨੇ ਮਰਨਾ ਹੀ ਹੈ, ਹਰ ਕਿਸੇ ਨੇ ਜਾਣਾ ਹੀ ਹੈ। ਇੱਕ ਬੰਦਾ ਜਿਹੜਾ ਈਨ ਮੰਨ ਕੇ ਜਿਉ ਰਿਹਾ ਹੈ, ਆਪਣੀ ਅਣਖ ਨੂੰ ਜਾਂ ਆਪਣੇ ਸਵੈਮਾਨ ਨੂੰ ਖਤਮ ਕਰਕੇ ਜਿਉ ਰਿਹਾ, ਮਰਨਾ ਉਹਨੇ ਵੀ ਹੈ। ਉਹ ਫਿਰ ਜਮਰਾਜ ਦੇ ਅਧੀਨ ਹੋ ਜਾਂਦਾ ਹੈ। ਜਮਾਂ ਦਾ ਅਰਥ ਹੈ ਕਿ ਵਿਕਾਰਾਂ, ਬੁਰਾਈਆਂ ਦੇ। ਲੇਕਿਨ ਜਿਹੜੇ ਆਪਣੇ ਸਿਧਾਂਤ ਤੇ ਦ੍ਰਿੜ ਰਹਿੰਦੇ ਨੇ, ਦੁੱਖਾਂ ਦੀ ਪਰਵਾਹ ਨਹੀਂ ਕਰਦੇ, ਸਰੀਰਕ ਤੌਰ ਤੇ ਉਹ ਵੀ ਚਲੇ ਜਾਂਦੇ ਨੇ, ਪਰ ਉਹਨੂੰ ਆਪਾਂ ਸ਼ਹੀਦ ਕਹਿੰਦੇ ਹਾਂ। ਉਹਨਾਂ ਦਾ ਉੱਥੇ ਕੋਈ ਵਾਹ ਹੀ ਨਹੀਂ ਹੈ, ਇਹੋ ਜਿਹੇ ਜਮਾਂ ਦੀ ਗੱਲ ਹੀ ਕੋਈ ਨਹੀਂ ਹੈ। ਇੱਕ ਹੁੰਦੇ ਦੁੱਖ ਜੋ ਸਰੀਰਕ ਤੌਰ ਤੇ, ਇੱਕ ਦੁੱਖ ਹੁੰਦੇ ਨੇ ਮਾਨਸਿਕ ਤੌਰ ਤੇ। ਕਿਸੇ ਨੂੰ ਮਾਨਸਿਕ ਤੌਰ ਤੇ ਟਾਰਚਰ ਕੀਤਾ ਜਾਂਦਾ ਹੈ, ਉਹਨੂੰ ਈਨ ਮਨਾਉਣ ਲਈ ਉਹਦੇ ਪਰਿਵਾਰ ਤੇ ਤਸੱਦਦ ਢਾਇਆ ਜਾਂਦਾ ਹੈ, ਉਹਦੇ ਕਾਰੋਬਾਰ ਨੂੰ ਤਬਾਹ ਕਰ ਦਿੱਤਾ ਜਾਂਦਾ ਹੈ। ਬੰਦਾ ਈਨ ਮੰਨ ਜਾਂਦਾ, ਝੂਠ ਬੋਲਣ ਲੱਗ ਪੈਂਦਾ ਹੈ, ਬੇਈਮਾਨੀ ਕਰਨੀ ਸ਼ੁਰੂ ਕਰਦਾ। ਇਹੀ ਤੇ ਜਮਦੂਤ ਨੇ, ਸਮਝੋ ਜਮਦੂਤਾਂ ਦੇ ਢਹਿ ਚੜ ਗਿਆ ਪ੍ਰਾਣੀ। ਇੱਕ ਹੁੰਦੇ ਭੁੱਖ, ਕਿਸੇ ਦੀ ਰੋਜੀ ਰੋਟੀ ਖਤਮ ਹੋ ਗਈ ਜਾਂ ਆਪਣੀ ਰੋਜੀ ਰੋਟੀ ਦੀ ਖਾਤਰ ਕੋਈ ਬੇਈਮਾਨੀ ਕਰੀ ਜਾਏ, ਹੇਰਾਫੇਰੀ ਕਰੀ ਜਾਏ, ਚੋਰੀ ਕਰੀ ਜਾਏ, ਠੱਗੀ ਕਰੀ ਜਾਏ, ਇਹੀ ਜਮਜਾਲ ਹੈ। ਇੱਥੇ ਜਮਾਂ ਦੇ ਢਹਿ ਚੜ ਗਿਆ ਬੰਦਾ। ਸਤਿਗੁਰੂ ਜੀ ਨੇ ਉਦਾਹਰਨ ਦਿੱਤੀ, ਸਾਕਤ ਹਰ ਸਾਧ ਨ ਜਾਣਿਆ, ਤਿਨ ਅੰਤਰ ਹੋਮੇ ਕੰਡਾ ਹੈ, ਜਿਉਂ ਜਿਉਂ ਚਲੇ ਚੁਭੇ ਦੁੱਖ ਪਾਵੇਂ, ਜਮ ਕਾਲ ਸਹੈ ਸਿਰ ਡੰਡਾ ਹੈ। ਇਹ ਜਿਉਂਦੇ ਜੀ ਜਮਾਂ ਦਾ ਡੰਡਾ ਜਿਹੜਾ ਉਹ ਸਹਿੰਦਾ ਹੈ। ਹੁਣ ਝੂਠ ਬੋਲੇਗਾ, ਝੂਠ ਬੋਲਣ ਤੋਂ ਬਾਅਦ ਬੰਦੇ ਦੇ ਮਨ 'ਚ ਡਰ ਹੁੰਦਾ ਕਿਤੇ ਇਹ ਝੂਠ ਨਿਕਲ ਨਾ ਆਏ, ਨਿਕਲ ਆਏ ਤੇ ਬੰਦਾ ਕਿੰਨਾ ਸ਼ਰਮਸਾਰ ਜਿਹਾ ਹੁੰਦਾ। ਇਹੀ ਤੇ ਜਮ ਡੰਡਾ ਹੈ। ਬੰਦਾ ਬੇਈਮਾਨੀ ਕਰੇਗਾ, ਕਿਤੇ ਹੇਰਾਫੇਰੀ ਕਰੇਗਾ, ਕੋਈ ਚੋਰੀ ਕਰੇਗਾ, ਉਹਦੇ ਅੰਦਰ ਬੜੀ ਤਗੜੀ ਚਿੰਤਾ ਹਮੇਸ਼ਾ ਬਣੀ ਨਹੀਂ ਦੀ, ਕਿਸੇ ਨੂੰ ਪਤਾ ਨਾ ਲੱਗ ਜਾਏ। ਉਹ ਜਿਹੜਾ ਅੰਦਰ ਚਿੰਤਾ ਹੈ ਨਾ, ਇਹ ਜਮਾਂ ਦਾ ਡੰਡਾ ਹੈ, ਇਹ ਜਮਾਂ ਦੀ ਸਜ਼ਾ ਹੈ ਮਨੁੱਖ ਨੂੰ। ਸਤਿਗੁਰੂ ਸਾਹਿਬ ਜੀ ਕਹਿੰਦੇ, ਜੇਕਰ ਮਨੁੱਖ ਪਰਮਾਤਮਾ ਦੀ ਕੀਰਤੀ ਕਰੇ, ਪਰਮਾਤਮਾ ਦੇ ਗੁਣ ਗਾਏ, ਤੇ ਉਹ ਜਮਜਾਲ 'ਚ ਨਹੀਂ ਫਸਦਾ। ਭਾਵ ਉਹ ਆਪਣੀ ਨੈਤਿਕਤਾ ਨੂੰ ਤੋਂ ਨਹੀਂ ਥਿੜਕਦਾ, ਸਿਧਾਂਤ ਤੋਂ ਨਹੀਂ ਥਿੜਕਦਾ, ਉਹ ਆਪਣੇ ਅਕੀਦੇ ਤੇ ਕਾਇਮ ਰਹਿੰਦਾ ਤੇ ਪਰਮਾਤਮਾ ਵੀ ਉਹਨੂੰ ਵਡਿਆਈ ਦਿੰਦਾ। ਧੰਨ ਗੁਰੂ ਅਰਜਨ ਦੇਵ ਜੀ ਮਹਾਰਾਜ ਨੇ ਅੱਜ ਦੇ ਇਸ ਮੁਖਵਾਕ ਦੇ ਰਾਹੀਂ ਸਾਨੂੰ ਵਾਹਿਗੁਰੂ ਦੇ ਗੁਣ ਗਾਉਣ ਦੀ ਪ੍ਰੇਰਣਾ ਕਰਦੇ ਹਾਂ। ਵਾਹਿਗੁਰੂ ਜੀ ਦੇ ਗੁਣ ਗਾਉਂਦਿਆਂ ਜੋ ਮਨੁੱਖ ਨੂੰ ਜ਼ਿੰਦਗੀ 'ਚ ਆਨੰਦ ਮਿਲਦਾ, ਸੁੱਖ ਮਿਲਦਾ, ਉਹਦੀ ਚਰਚਾ ਕਰਦੇ ਹਾਂ। ਜਿਵੇਂ ਉਹਦੀ ਜ਼ਿੰਦਗੀ 'ਚ ਦੁੱਖ ਲੰਬੇ ਹੋ ਜਾਂਦੇ ਨੇ, ਜ਼ਿਕਰ ਕਰਦੇ ਹਾਂ। ਸਾਨੂੰ ਜੋ ਪ੍ਰੇਰਣਾ ਬਖਸ਼ਿਸ਼ ਕੀਤੀ ਹੈ, ਆਪਾਂ ਮਿਲ ਕੇ ਗੁਰੂ ਕੇ ਇਸ ਪਵਿੱਤਰ ਸ਼ਬਦ ਦੀ ਵਿਚਾਰ ਸਾਂਝੀ ਕਰੀਏ। ਗੁਰੂ ਪਿਆਰ 'ਚ ਜੁੜਦੇ ਹਾਂ, ਮਨ ਬਿਰਤੀਆਂ ਨੂੰ ਟਿਕਾਉਂਦੇ ਹਾਂ, ਮੁਖ ਤੋਂ ਸਾਰੇ ਹੀ ਉਚਾਰਨ ਕਰੀਏ ਜੀ। ਸਤਨਾਮ ਵਾਹਿਗੁਰੂ ਸਾਹਿਬ ਜੀ। ਸਾਰੰਗ ਮਹਿਲਾ ਪੰਜਵਾਂ। ਮਨ ਸਦਾ ਮੰਗਲ ਗੋਬਿੰਦ ਗਾਏ। ਗੋ ਮਹਿਣਾ ਪ੍ਰਿਥਵੀ, ਬਿੰਦ ਮਹਿਣਾ ਪ੍ਰਿਥਵੀ ਦਾ ਜੋ ਮਾਲਕ ਹੈ, ਗੋਬਿੰਦ। ਹੇ ਮਨਾ, ਤੂੰ ਸਦਾ ਉਸ ਪ੍ਰਿਥਵੀ ਦੇ ਮਾਲਕ ਪਰਮਾਤਮਾ ਦੇ ਹੀ ਗੁਣ ਗਾਇਆ ਕਰ, ਉਹਦੀ ਕੀਰਤੀ ਕਰਿਆ ਕਰ, ਉਹਦੀ ਸਿਫਤ ਸਲਾਹ ਕਰਿਆ ਕਰ। ਜਿਸ ਪਰਮਾਤਮਾ ਨੇ ਤੈਨੂੰ ਇੰਨੀਆਂ ਦਾਤਾਂ ਦਿੱਤੀਆਂ ਨੇ, ਦੁਨਿਆਵੀ ਤੌਰ ਤੇ ਥੋੜੀ ਕੁਝ ਸਾਡੀ ਮਦਦ ਕਰੇ, ਅਸੀਂ ਉਹਦੀ ਬੜੀ ਵਡਿਆਈ ਕਰਦੇ ਹਾਂ, ਚੰਗੀ ਗੱਲ ਹੈ। ਜਿਹੜਾ ਮਦਦ ਕਰੇ, ਜਿਹੜਾ ਕਿਤੇ ਭਲਾ ਕਰੇ, ਉਹਦਾ ਧੰਨਵਾਦ ਕਰਨਾ ਚਾਹੀਦਾ। ਲੇਕਿਨ ਗੁਰਬਾਣੀ ਕਹਿੰਦੀ ਪਰਮਾਤਮਾ ਨੇ ਕਿੰਨਾ ਕੁਝ ਸਾਨੂੰ ਦਿੱਤਾ, ਅਸੀਂ ਉਹਦਾ ਧੰਨਵਾਦ ਕੀਤਾ ਕਦੀ? ਗੁਰੂ ਗ੍ਰੰਥ ਸਾਹਿਬ ਜੀ ਵਿੱਚ ਸਤਿਗੁਰੂ ਜੀ ਨੇ ਬੇਅੰਤ ਥਾਵਾਂ ਤੇ ਉਹਨਾਂ ਅਮੋਲਕ ਗੱਲਾਂ ਨੂੰ ਚੇਤੇ ਕਰਾਇਆ ਜੋ ਵਾਹਿਗੁਰੂ ਜੀ ਵੱਲੋਂ ਬਖਸ਼ਿਸ਼ ਹੋਈਆਂ ਨੇ। ਗੁਰੂ ਸਾਹਿਬ ਜੀ ਦੇ ਕਿੰਨੇ ਪਿਆਰੇ ਬਚਨ ਸੁਖਮਨੀ ਸਹਿਜ ਪੜ੍ਹਦੇ, ਰਾਮਈਆ ਕੇ ਗੁਣ ਚੇਤ ਪ੍ਰਾਨੀ, ਕਮਨ ਮੂਲ ਤੇ ਕਮਨ ਦ੍ਰਿਸ਼ਟਾਨੀ, ਜਿਨ ਤੂੰ ਸਾਜ ਸਵਾਰ ਸ਼ਿੰਗਾਰਿਆ, ਗਰਭ ਅਗਨ में जिन्हें उभारिया, ਬਾਰ ਵਸਤਾ ਤੁਝੇ ਪਿਆਰੇ ਦੂਧ, ਪਰ ਜੋਬਨ ਭੋਜਨ ਸੁਖ ਸੂਦ। ਕਿੰਨੀਆਂ ਮਹਾਨ ਦਾਤਾਂ ਨੇ ਤੈਨੂੰ ਜ਼ਿੰਦਗੀ ਦਿੱਤੀ ਹੈ,
ਤੈਨੂੰ ਸੁੰਦਰਤਾ ਦਿੱਤੀ ਹੈ, ਤੈਨੂੰ ਵਾਹਿਗੁਰੂ ਜੀ ਨੇ ਜਠਰ ਅਗਨੀ 'ਚ ਪਾਲਿਆ ਹੈ, ਇਸ ਧਰਤੀ ਤੇ ਆ ਕੇ ਪਾਲਣ ਦੇ ਤੇਰੇ ਸਾਧਨ ਕੀਤੇ ਹੋਏ ਨੇ, ਧੀਆਂ ਪੁੱਤਰ ਦਿੱਤੇ ਨੇ, ਪਰਿਵਾਰ ਦਿੱਤਾ ਹੈ, ਬਿਰਧ ਅਵਸਥਾ ਲਈ ਤੈਨੂੰ ਆਸਰਾ ਦਿੱਤਾ ਹੈ। ਪਰ ਸਤਿਗੁਰੂ ਜੀ ਮਨੁੱਖ ਦਾ ਜੋ ਸੁਭਾਅ ਨੂੰ ਵਰਣਨ ਕਰਦੇ, ਕਹਿੰਦੇ ਇਹ ਨਿਰਗੁਣ ਗੁਣ ਕਛੂ ਨਾ ਬੂਝੈ। ਮਨੁੱਖ ਤਾਂ ਇਹਨਾਂ ਗੁਣਾਂ ਤੋਂ ਹੀਣ ਹੈ ਕਿ ਰੱਬ ਦੇ ਗੁਣਾਂ ਨੂੰ ਇਹ ਜਾਣਦਾ ਹੀ ਨਹੀਂ, ਰੱਬ ਦੀਆਂ ਦਿੱਤੀਆਂ ਦਾਤਾਂ ਨੂੰ ਇਹ ਭੁਲਾ ਬੈਠਾ। ਅਸੀਂ ਦੁਨਿਆਵੀ ਚੀਜ਼ਾਂ, ਸਾਨੂੰ ਕਿਤੇ ਜ਼ਿੰਦਗੀ 'ਚ ਕੋਈ ਲੋੜ ਮਹਿਸੂਸ ਹੋਏ, ਅਸੀਂ ਰੱਬ ਕੋਲ ਅਰਦਾਸ ਕਰਦੇ ਹਾਂ, ਜੇ ਨਾ ਮੰਨੀ ਜਾਏ ਤਾਂ ਅਸੀਂ ਰੱਬ ਨੂੰ ਉਲਾਮੇ ਦੇਣੇ ਸ਼ੁਰੂ ਕਰ ਦਿੰਦੇ ਹਾਂ, ਰੱਬ ਹੈ ਹੀ ਨਹੀਂ ਹੈ ਜੀ, ਉਹਨੇ ਸਾਡੀ ਸੁਣੀ ਨਹੀਂ ਹੈ। ਤੇ ਸਤਿਗੁਰੂ ਜੀ ਕਹਿੰਦੇ 10 ਵਸਤੂਲੇ ਪਾਛੇ ਪਾਵੇ, ਇੱਕ ਵਸਤ ਕਾਰਨ ਬਿਖੋਟ ਗਵਾਵੇ। ਇੰਨੀਆਂ ਤੈਨੂੰ ਦਾਤਾਂ ਦਿੱਤੀਆਂ, ਉਹਨਾਂ ਨੂੰ ਤੂੰ ਪਿੱਛੇ ਛੁੱਟ ਦਿੱਤਾ, ਇੱਕ ਨਹੀਂ ਮਿਲੀ ਤੇ ਤੂੰ ਰੱਬ ਦੇ ਉੱਪਰ ਇਤਰਾਜ਼ ਕਰਨ ਲੱਗ ਪਿਆ, ਰੱਬ ਦੇ ਨਾਲ ਨਾਰਾਜ਼ਗੀ ਪ੍ਰਗਟ ਕਰਨ ਲੱਗ ਪਿਆ। ਤੇ ਸਤਿਗੁਰੂ ਜੀ ਕਹਿੰਦੇ ਜੇ ਤੈਨੂੰ ਇੱਕ ਵੀ ਨਾ ਦੇਵੇ 10 ਵੀ ਖੋਲੇ ਕੀ ਕਰੇਗਾ। ਸਤਿਗੁਰੂ ਜੀ ਕਹਿੰਦੇ ਉਹਦੇ ਮੰਗਲ ਗਾਇਆ ਕਰ, ਉਹਦੀ ਕੀਰਤੀ ਕਰਿਆ ਕਰ। ਜਿਸ ਪ੍ਰਮਾਤਮਾ ਨੇ ਤੈਨੂੰ ਇੰਨੀ ਵਧੀਆ ਜ਼ਿੰਦਗੀ ਦਿੱਤੀ ਹੈ, ਦੇਖੋ ਅਸੀਂ ਪ੍ਰਮਾਤਮਾ ਦੇ ਗੁਣ ਗਾਏ, ਇਸ ਧਰਤੀ ਤੇ ਆਏ। ਇਸ ਸੰਸਾਰ ਵਿੱਚ ਪ੍ਰਵੇਸ਼ ਕਰਨ ਤੋਂ ਪਹਿਲਾਂ ਜਦੋਂ ਅਸੀਂ ਗਰਭ ਅਵਸਥਾ ਵਿੱਚ ਸਾਂ, ਸਾਰੇ ਰੱਬ ਨੂੰ ਚੇਤੇ ਕਰਦੇ ਸਾਂ, ਸਾਰੇ ਰੱਬ ਦੀ ਕੀਰਤੀ ਕਰਦੇ ਸਾਂ। ਪਰ ਜਦੋਂ ਇੱਥੇ ਆਏ ਸਾਨੂੰ ਪ੍ਰਮਾਤਮਾ ਭੁੱਲ ਗਿਆ। ਜੇ ਆਪਾਂ ਉੱਥੇ ਵਾਹਿਗੁਰੂ ਜੀ ਨੂੰ ਚੇਤੇ ਕਰਦੇ ਸਾਂ, ਵਾਹਿਗੁਰੂ ਜੀ ਸਾਨੂੰ ਇੰਨੇ ਖੁੱਲੇ ਡੁੱਲੇ ਇੰਨੇ ਸੁੰਦਰ ਸੰਸਾਰ ਦੇ ਅੰਦਰ ਲੈ ਆਇਆ ਹੈ, ਤੇ ਜੇ ਹੁਣ ਵਾਹਿਗੁਰੂ ਜੀ ਨੂੰ ਚੇਤੇ ਕਰਾਂਗੇ, ਕੀ ਪਤਾ ਵਾਹਿਗੁਰੂ ਹੋਰ ਮਹਾਨ ਦੁਨੀਆ ਚ ਲੈ ਜਾਏ। ਬਾਬਾ ਕਬੀਰ ਸਾਹਿਬ ਜੀ ਨੇ ਇੱਕ ਗੱਲ ਕਹੀ ਬੜੀ ਪਿਆਰੀ, ਕਾਮ ਭਰੇ ਹਰ ਸਿਮਰੀ ਹੈ ਐਸਾ ਸਿਮਰੋ ਨਿਤ। ਬੰਦਿਆ ਤੈਨੂੰ ਕੰਮ ਪੈਂਦਾ ਤੇ ਤੂੰ ਰੱਬ ਨੂੰ ਬੜਾ ਯਾਦ ਕਰਦਾ, ਫਿਰ ਆਪਾਂ ਕਰਦੇ ਹਾਂ ਸਾਰੇ, ਚੰਗੀ ਗੱਲ ਹੈ, ਆਪ ਵੀ ਕਰਦੇ ਹਾਂ। ਅਸੀਂ ਤੇ ਕਈ ਵਾਰੀ ਆਪਣੇ ਰਿਸ਼ਤੇਦਾਰਾਂ ਨੂੰ ਕਹਿੰਦੇ ਆਓ ਅਸੀਂ ਅਰਦਾਸ ਕਰਨੀ ਹੈ, ਅਸੀਂ ਵਾਹਿਗੁਰੂ ਜੀ ਦੇ ਚਰਨਾਂ 'ਚ ਜੋਦਲੀ ਕਰਨੀ ਹੈ, ਚੰਗੀ ਗੱਲ ਹੈ, ਬੜੇ ਇਕਾਗਰਚਿਤ ਹੋ ਕੇ ਕਰਦੇ। ਫਿਰ ਕਾਮ ਪਰੇ ਹਰ ਸਿਮਰੀ ਹੈ ਐਸਾ ਸਿਮਰੋ ਨਿਤ। ਸਤਿਗੁਰੂ ਜੀ ਕਹਿੰਦੇ ਉਹ ਬੰਦਿਆ ਜਦੋਂ ਤੈਨੂੰ ਕੰਮ ਪੈਂਦਾ, ਜਿਵੇਂ ਤੂੰ ਰੱਬ ਨੂੰ ਯਾਦ ਕਰਦਾ ਨਾ, ਉਚੇਚਾ ਐਨ ਪਿਆਰ ਨਾਲ ਨਿਮਰਤਾ ਦੇ ਨਾਲ, ਐਸਾ ਸਿਮਰੋ ਨਿਤ, ਹਮੇਸ਼ਾ ਹੀ ਇਦਾਂ ਚੇਤੇ ਕਰਿਆ ਕਰ। ਤੇ ਬੰਦਾ ਕਹਿੰਦਾ ਕੰਮ ਪਿਆ, ਚੇਤੇ ਕੀਤਾ, ਕੰਮ ਹੋ ਗਿਆ, ਹੁਣ ਕੰਮ ਨਹੀਂ ਤੇ ਹੁਣ ਯਾਦ ਕਰਨ ਦਾ ਕੀ ਲਾਭ ਹੈ, ਕੀ ਮਿਲੇਗਾ। ਸਤਿਗੁਰੂ ਜੀ ਕਹਿੰਦੇ ਜੇ ਹਮੇਸ਼ਾ ਰੱਬ ਨੂੰ ਚੇਤੇ ਰੱਖੇਗਾ, ਉਹਦੇ ਮੰਗਲ ਗਾਏਗਾ, ਅਮਰਾਪੁਰ ਬਾਸਾ ਕਰੋ ਹਰ ਗਿਆ ਬਹੁ ਰਹਿ ਬਿਤ, ਤੂੰ ਅਮਰਪੁਰੀ ਦਾ ਵਾਸੀ ਬਣ ਜਾਏਗਾ। ਇਹ ਦੁਨੀਆ ਸੋਹਣੀ ਹੈ, ਇਹ ਜਗਤ ਸੋਹਣਾ ਹੈ, ਪਰ ਇਸ ਸੋਹਣੇ ਜਗਤ ਵਿੱਚ ਆਪਾਂ ਦੇਖਦੇ ਹਾਂ ਬਹੁਤ ਕੁਝ ਹੁੰਦੀਆਂ ਵੀ ਅਸੀਂ ਬੜੇ ਪਰੇਸ਼ਾਨ ਹਾਂ। ਦੇਖੋ ਨਾ, ਮਨੁੱਖ ਦੇ ਕੋਲ ਪਦਾਰਥਾਂ ਦੀ ਘਾਟ ਨਹੀਂ ਹੈ, ਖਾਣ ਪੀਣ ਪਹਿਨਣ ਦੀ ਘਾਟ ਨਹੀਂ ਹੈ। ਸਾਡੇ ਕੋਲ ਤਾਂ ਵਸਤਰਾਂ ਦੇ ਨਾਲ ਸਾਡੀਆਂ ਅਲਮਾਰੀਆਂ ਭਰੀਆਂ ਪਈਆਂ ਨੇ, ਫਿਰ ਆਪਾਂ ਕਹਿੰਦੇ ਹਾਂ ਕਿ ਪਹਿਨਣ ਲਈ ਹੈ ਕੁਝ ਨਹੀਂ ਹੈ। ਆਉਣ ਜਾਣ ਦੇ ਸਾਧਨ ਨੇ, ਫਿਰ ਪਰੇਸ਼ਾਨ ਆ। ਰਹਿਣ ਲਈ ਵਧੀਆ ਘਰ ਵਾਹਿਗੁਰੂ ਜੀ ਨੇ ਦਿੱਤੇ, ਫਿਰ ਪਰੇਸ਼ਾਨ ਆ। ਦੁਨੀਆ ਸੋਹਣੀ ਹੈ, ਜਗਤ ਸੋਹਣਾ, ਪਰ ਅਸੀਂ ਇਸ ਸੋਹਣੇ ਜਗਤ ਵਿੱਚ, ਜਿਹਨੂੰ ਸਤਿਗੁਰੂ ਜੀ ਨੇ ਕਿਹਾ ਸੀ ਭੂਮ ਰੰਗਾਵਲੀ, ਜਿਹਨੂੰ ਦੁਨੀ ਸੁਹਾਵਾ ਬਾਗ ਕਿਹਾ ਸੀ, ਇਸ ਦੁਨੀ ਸੁਹਾਵੇ ਬਾਗ ਦੇ ਵਿੱਚ ਅਸੀਂ ਪਰੇਸ਼ਾਨ ਹਾਂ। ਤੇ ਉਹਦਾ ਇੱਕ ਕਾਰਨ ਹੈ ਕਿ ਅਸੀਂ ਅਮਰਪੁਰੀ ਦੇ ਵਾਸੀ ਨਹੀਂ ਬਣ ਸਕੇ। ਸਾਡੀ ਸੁਰਤ ਜਿਹੜੀ ਹੈ ਉਹ ਕੇਵਲ ਤਾਂ ਕੇਵਲ ਪਦਾਰਥਾਂ ਤੱਕ ਸੀਮਿਤ ਹੋ ਕੇ ਰਹਿ ਗਈ ਹੈ। ਸਤਿਗੁਰੂ ਜੀ ਕਹਿੰਦੇ ਜੇ ਪ੍ਰਮਾਤਮਾ ਨੂੰ ਚੇਤੇ ਕਰੋਗੇ, ਅਮਰਾਪੁਰ ਬਾਸਾ ਕਰੋ ਹਰ ਗਿਆ ਬਹੁ ਰਹਿ ਬਿਤ, ਤੁਸੀਂ ਅਮਰਪੁਰੀ ਦੇ ਵਾਸੀ ਬਣ ਜਾਓਗੇ। ਅਮਰ ਦਾ ਅਰਥ ਹੈ ਜਿੱਥੇ ਕੋਈ ਡਰ ਨਾ ਹੋਵੇ। ਬੇਗਮਪੁਰਾ ਜਿਹਨੂੰ ਭਗਤ ਜੀ ਨੇ ਕਿਹਾ, ਜਿਹਨੂੰ ਹਲੇਮੀ ਰਾਜ ਕਿਹਾ, ਤੂੰ ਅਜਿਹੀ ਅਵਸਥਾ 'ਚ ਪਹੁੰਚ ਜਾਏਗਾ ਜਿੱਥੇ ਕੋਈ ਗਮ, ਕੋਈ ਚਿੰਤਾ, ਕੋਈ ਫਿਕਰ ਨਹੀਂ ਰਹੇਗਾ ਤੈਨੂੰ। ਪਰ ਜੇ ਪ੍ਰਮਾਤਮਾ ਦੇ ਗੁਣ ਗਾਏਗਾ, ਸਤਿਗੁਰੂ ਸਾਹਿਬ ਜੀ ਕਹਿੰਦੇ ਨੇ ਕਿ ਮਨ ਸਦਾ ਮੰਗਲ ਗੋਬਿੰਦ ਗਾਏ, ਉਹ ਮਨਾ ਸਦਾ ਗੋਬਿੰਦ ਦੇ ਮੰਗਲ ਗਾਇਆ ਕਰ। ਮੰਗਲ ਦਾ ਅਰਥ ਉਹਦੀ ਸਿਫਤ ਸਲਾਹ ਦੇ ਗੀਤ ਗਾਇਆ ਕਰ, ਉਹਦੀ ਕੀਰਤੀ ਕਰਿਆ ਕਰ, ਵਡਿਆਈ ਕਰਿਆ ਕਰ। ਜੇ ਉਹਦੇ ਗੁਣ ਗਾਏਗਾ, ਰੋਗ ਸੋਗ ਤੇਰੇ ਮਿਟਹਿ ਸਗਲ ਅਗ, ਨਿਮਖੀਐ ਹਰ ਨਾਮ ਧਿਆਏ। ਉਹਦੇ ਗੁਣ ਗਾਉਂਦਿਆਂ ਗਾਉਂਦਿਆਂ ਇੱਕ ਨਿਮਖ ਭਰ ਸਮੇਂ ਲਈ ਵੀ ਤੇਰੀ ਸੁਰਤ ਉਹਦੇ ਨਾਮ ਵਿੱਚ ਜੁੜ ਗਈ, ਤੇਰੀ ਸੁਰਤ ਵਿੱਚ ਨਾਮ ਵਸ ਗਿਆ, ਤੇ ਤੇਰੀ ਜ਼ਿੰਦਗੀ ਅੰਦਰੋਂ ਸਾਰੇ ਹੀ ਰੋਗ ਮਿਟ ਜਾਣਗੇ, ਸਾਰੀਆਂ ਚਿੰਤਾਵਾਂ ਮਿਟ ਜਾਣਗੀਆਂ, ਤੇਰੀ ਜ਼ਿੰਦਗੀ ਚੋਂ ਸਾਰੇ ਪਾਪਾਂ ਦੀ ਮੈਲ ਮਿਟ ਜਾਏਗੀ, ਸਾਰੇ ਦੁੱਖ ਮਿਟ ਜਾਣਗੇ। ਇੱਕ ਨਿਮਖ ਭਰ ਸਮੇਂ ਲਈ ਵੀ ਜੇ ਤੂੰ ਉਹਦੇ ਵਿੱਚ ਲੀਨ ਹੋ ਗਿਆ। ਦੇਖੋ
ਪਰਮਾਤਮਾ ਦੇ ਪਿਆਰ 'ਚ ਜਦੋਂ ਅਸੀਂ ਸਾਡੀ ਸੁਰਤ ਵਾਹਿਗੁਰੂ ਜੀ ਦੇ ਨਾਮ 'ਚ ਲਿਵਲੀਨ ਹੋ ਜਾਏਗੀ, ਉਦੋਂ ਸਾਡੀ ਜ਼ਿੰਦਗੀ 'ਚੋਂ ਦੁੱਖਾਂ ਦੀ ਗੱਲ ਖਤਮ ਹੋ ਜਾਏਗੀ। ਦੁੱਖ ਉਹਨਾਂ ਚਿਰ ਨੇ ਜਿੰਨਾ ਚਿਰ ਅਸੀਂ ਉਹ ਤੋਂ ਟੁੱਟੇ ਹੋਏ ਹਾਂ। ਰੋਜ਼ ਕੀਰਤੀ ਇਸ ਕਰਕੇ ਕਰਨੀ ਹੈ, ਰੋਜ਼ ਮੰਗਲ ਇਸ ਕਰਕੇ ਗਾਉਣੇ ਨੇ ਕਿ ਉਹਦੀ ਕੀਰਤੀ ਕਰਦਿਆਂ ਕਰਦਿਆਂ ਉਹ ਸਾਡੀ ਸੁਰਤ ਵਿੱਚ ਵਸ ਜਾਏ, ਸਾਡੇ ਹਿਰਦੇ 'ਚ ਵਸ ਜਾਏ। ਗੁਰੂ ਅਰਜਨ ਦੇਵ ਜੀ ਮਹਾਰਾਜ ਕਹਿੰਦੇ ਨੇ ਕਿ ਪ੍ਰਭ ਕੈ ਸਿਮਰਨ ਮਨ ਕੀ ਮਲ ਜਾਏ, ਅੰਮ੍ਰਿਤ ਨਾਮ ਰਿਦ ਮਾਹੇ ਸਮਾਏ। ਬੰਦਿਆ ਪਰਮਾਤਮਾ ਦਾ ਸਿਮਰਨ ਕਰੇਗਾ, ਤੇਰੇ ਮਨ ਦੀ ਮੈਲ ਮਿਟ ਜਾਏਗੀ। ਮਨ ਦੀ ਮੈਲ ਕੀ ਹੈ? ਅੰਦਰੋਂ ਅਗਿਆਨਤਾ ਮਿਟ ਜਾਏਗੀ, ਅੰਦਰੋਂ ਆ ਚਤਰ ਚਲਾਕੀਆਂ ਮੁੱਕ ਜਾਣਗੀਆਂ, ਅੰਦਰੋਂ ਬੇਈਮਾਨੀ ਖਤਮ ਹੋ ਜਾਏਗੀ, ਝੂਠ ਬੋਲਣ ਦੀ ਆਦਤ ਖਤਮ ਹੋ ਜਾਏਗੀ। ਜੇ ਪਰਮਾਤਮਾ ਦੇ ਗੁਣ ਗਾਏਗਾ ਤਾਂ ਪਰਮਾਤਮਾ ਦੇ ਗੁਣ ਗਾਇਆ ਪਤਾ ਲੱਗੇਗਾ ਕਿ ਪਰਮਾਤਮਾ ਹੀ ਸਾਡਾ ਰਿਜ਼ਕ ਦਾਤਾ ਹੈ। ਦੇਵਨ ਕੋ ਇੱਕ ਹੈ ਭਗਵਾਨ। ਜਦੋਂ ਰਿਜ਼ਕ ਰੱਬ ਨੇ ਦੇਣਾ ਹੈ ਫਿਰ ਬੰਦਾ ਮਿਹਨਤ ਕਰਦਾ ਹੈ, ਪਰ ਉਹ ਬੇਈਮਾਨੀ ਨਹੀਂ ਕਰਦਾ। ਜਦੋਂ ਰਿਜ਼ਕ ਰੱਬ ਨੇ ਦੇਣਾ ਬੰਦਾ ਮਿਹਨਤ ਕਰਦਾ, ਉਹ ਝੂਠ ਨਹੀਂ ਬੋਲਦਾ, ਉਹ ਕਿਸੇ ਦਾ ਹੱਕ ਨਹੀਂ ਮਾਰਦਾ। ਦੁੱਖਾਂ ਦੀ ਗੱਲ ਜਾਂ ਇਵੇਂ ਕਹਿ ਲਓ ਜਮਾਂ ਦੀ ਮਾਰ ਦੀ ਗੱਲ ਤੇ ਇੱਥੋਂ ਸ਼ੁਰੂ ਹੁੰਦੀ ਹੈ ਨਾ, ਜਦੋਂ ਅਸੀਂ ਰਿਜ਼ਕ ਦੀ ਖਾਤਰ ਝੂਠ ਬੋਲਦੇ ਹਾਂ, ਬੇਈਮਾਨੀ ਕਰਦੇ ਹਾਂ, ਹੇਰਾਫੇਰੀ ਕਰਦੇ ਹਾਂ। ਤੇ ਜਦੋਂ ਪਰਮਾਤਮਾ ਦੇ ਗੁਣ ਗਾਵਾਂਗੇ, ਪਰਮਾਤਮਾ ਤੇ ਭਰੋਸਾ ਵੱਜ ਗਿਆ, ਫਿਰ ਮਨੁੱਖ ਦੇ ਮਨ 'ਚ ਯਕੀਨ ਹੋ ਜਾਂਦਾ ਹੈ ਕਿ ਭਈ ਉਹ ਪਰਮਾਤਮਾ ਹੀ ਰਿਜ਼ਕ ਦੇਣ ਵਾਲਾ ਹੈ। ਰੋਜ਼ ਰੱਬ ਦੀ ਕੀਰਤੀ ਕਰਨ ਵਾਲਾ ਇਹ ਬਚਨ ਪੜ੍ਹਦਾ ਹੈ ਕਿ ਸ਼ੈਲ ਪੱਥਰ ਮੈਂ ਜੰਤ ਉਪਾਏ ਤਾਂ ਕਾ ਰਿਜ਼ਕ ਆਗੇ ਕਰ ਤਰਿਆ। ਰੋਜ਼ ਰੱਬ ਦੀ ਕੀਰਤੀ ਕਰਨ ਵਾਲਾ ਇਹ ਗੱਲ ਜਾਣਦਾ ਹੈ ਕਿ ਨਾਨਕ ਚਿੰਤਾ ਮਤ ਕਰੋ ਚਿੰਤਾ ਤਿਸੀ ਹੈ। ਜਿਉਂ-ਜਿਉਂ ਉਹਦੇ ਗੁਣ ਗਾਵਾਂਗੇ ਸਾਡੇ ਅੰਦਰੋਂ ਇਹ ਡਰ ਹੀ ਖਤਮ ਹੋ ਜਾਏਗਾ। ਰੋਟੀ ਵਾਹਿਗੁਰੂ ਜੀ ਨੇ ਦੇਣੀ ਹੈ, ਦੇਖੋ ਕਿਰਤ ਕਰਾਂਗੇ ਕਿਉਂ ਨਹੀਂ ਦੇਵੇਗਾ। ਇਸ ਕਰਕੇ ਗੁਣ ਗਾਉਣ ਦਾ ਅਰਥ ਇਹ ਹੈ, ਲਾਭ ਇਹ ਹੈ ਕਿ ਉਹਦੇ ਗੁਣ ਗਾਵਾਂਗੇ, ਸਾਡੇ ਮਨ ਅੰਦਰ ਉਹਦਾ ਭਰੋਸਾ ਪੈਦਾ ਹੋਏਗਾ, ਗਿਆਨ ਪੈਦਾ ਹੋਏਗਾ। ਜਿਉਂ ਉਹਦੇ ਗੁਣ ਗਾਵਾਂਗੇ ਸਾਡੇ ਅੰਦਰ ਇੱਕ ਵਿਸ਼ਵਾਸ ਵੱਜੇਗਾ ਕਿ ਮਾਰੇ ਰੱਖੈ ਇੱਕੋ ਆਪ। ਮਾਰਨ ਵਾਲਾ ਰੱਖਣ ਵਾਲਾ ਇੱਕ ਪਰਮਾਤਮਾ ਹੀ ਹੈ। ਕੋਈ ਬੰਦਾ ਕਿਸੇ ਨੂੰ ਨਹੀਂ ਮਾਰ ਸਕਦਾ, ਕੋਈ ਕਿਸੇ ਨੂੰ ਬਚਾ ਨਹੀਂ ਸਕਦਾ। ਜਦੋਂ ਮਾਰਨ ਰੱਖਣ ਵਾਲਾ ਪਰਮਾਤਮਾ ਹੈ, ਉਹਦੇ ਹੁਕਮ 'ਚ ਹੀ ਹੈ ਸਭ ਕੁਝ, ਫਿਰ ਮੌਤ ਤੋਂ ਡਰਦੇ ਬੰਦਾ ਕਿਸੇ ਦੀ ਈਨ ਕਿਉਂ ਮੰਨੇ? ਮੌਤ ਦੇ ਨਾਂ ਤੇ ਡਰਾਇਆ ਜਾਂਦਾ ਨਾ ਕਿ ਤੈਨੂੰ ਮਾਰ ਦੇਵਾਂਗੇ ਜੇ ਗੱਲ ਨਹੀਂ ਮੰਨੇਗਾ ਤਾਂ। ਮੌਤ ਦਾ ਡਰ ਸਭ ਤੋਂ ਵੱਡਾ ਡਰ ਮੰਨਿਆ ਗਿਆ। ਤੇ ਜਿਨ੍ਹਾਂ ਦੇ ਮਨ 'ਚ ਯਕੀਨ ਵੱਜ ਗਿਆ ਕਿ ਮੌਤ ਮਨੁੱਖ ਦੇ ਹੱਥ 'ਚ ਨਹੀਂ ਹੈ, ਜੇ ਮਨੁੱਖ ਦੇ ਹੱਥ ਹੋਏ ਤੇ ਦੂਜਿਆਂ ਨੂੰ ਮਾਰਨ ਵਾਲੇ ਤੇ ਆਪ ਕਦੀ ਮਰਨ ਹੀ ਨਾ। ਫਿਰ ਜੇ ਮਨੁੱਖ ਦੇ ਹੱਥ 'ਚ ਹੋਏ ਮੌਤ ਤੇ ਦੂਜਿਆਂ ਨੂੰ ਮਾਰਨ ਵਾਲੇ ਤੇ ਕਦੀ ਵੀ ਨਾ ਮਰਨ। ਲੇਕਿਨ ਦੂਜਿਆਂ ਨੂੰ ਮਾਰਨ ਵਾਲੇ ਕਈ ਵਾਰੀ ਪਹਿਲਾਂ ਹੀ ਮਰ ਜਾਂਦੇ ਨੇ। ਇਹਦਾ ਮਤਲਬ ਮੌਤ ਮਨੁੱਖ ਦੇ ਹੱਥ 'ਚ ਨਹੀਂ ਹੈ ਤੇ ਵਾਹਿਗੁਰੂ ਜੀ ਦੇ ਹੁਕਮ 'ਚ। ਹਾਂ, ਕਿਵੇਂ ਮਨੁੱਖ ਨੇ ਜਾਣਾ ਇਹ ਗੱਲ ਵੱਖਰੀ ਹੈ। ਇੱਕ ਥਾਂ, ਵਸਤੂ ਜਾਂ ਸਾਧਨ ਜਦੋਂ ਇਕੱਠੇ ਹੁੰਦੇ ਨੇ ਮਨੁੱਖ ਚਲਿਆ ਜਾਂਦਾ, ਲੇਕਿਨ ਮਨੁੱਖ ਦੇ ਹੱਥ 'ਚ ਨਹੀਂ ਹੈ। ਸਤਿਗੁਰੂ ਸਾਹਿਬ ਜੀ ਕਹਿੰਦੇ ਜਦੋਂ ਪ੍ਰਮਾਤਮਾ ਦੇ ਗੁਣ ਗਾਵਾਂਗੇ ਉਦੋਂ ਸਾਡੇ ਅੰਦਰੋਂ ਇਹ ਮੌਤ ਦਾ ਡਰ ਮਿਟ ਜਾਏਗਾ। ਦੇਖੋ ਜਿੰਨੇ ਰੋਗ ਨੇ, ਦੁੱਖ ਨੇ, ਇਹ ਕਿੱਥੋਂ ਪੈਦਾ ਹੁੰਦੇ ਨੇ? ਡਰ ਦੇ ਵਿੱਚੋਂ ਪੈਦਾ ਹੁੰਦੇ ਨੇ। ਜਿੰਨੇ ਰੋਗ ਨੇ ਇਹ ਸਾਡੇ ਖਾਣ ਪੀਣ ਦੇ ਵਿੱਚੋਂ ਪੈਦਾ ਹੁੰਦੇ, ਲੱਭ ਲੋਭ 'ਚੋਂ ਪੈਦਾ ਹੁੰਦੇ ਨੇ। ਅਸੀਂ ਜਦੋਂ ਪਰਮਾਤਮਾ ਨੂੰ ਭੁਲਾ ਕੇ ਲੋਭੀ ਬਣ ਜਾਂਦੇ ਹਾਂ, ਪੱਖ ਖਾਂਦੇ ਹਾਂ, ਉਦੋਂ ਸਾਡੀ ਜ਼ਿੰਦਗੀ 'ਚ ਰੋਗਾਂ ਦੀ, ਦੁੱਖਾਂ ਦੀ ਗੱਲ ਆਰੰਭ ਹੋ ਜਾਂਦੀ ਹੈ। ਤੇ ਸਤਿਗੁਰੂ ਜੀ ਕਹਿੰਦੇ ਉਹ ਸਦਾ ਪਰਮਾਤਮਾ ਦੇ ਗੁਣ ਗਾਇਆ ਕਰ। ਜੇ ਪਰਮਾਤਮਾ ਦੇ ਗੁਣ ਗਾਏਗਾ, ਇੱਕ ਨਿਮਕ ਭਾਰ ਸਮੇਂ ਲਈ ਵੀ ਤੇਰੇ ਅੰਦਰ ਪਰਮਾਤਮਾ ਦਾ ਪਿਆਰ ਵਸ ਗਿਆ, ਉਹਦੇ ਪ੍ਰਤੀ ਭਰੋਸਾ ਵਸ ਗਿਆ, ਤੇਰੀ ਸੁਰਤ ਉਹਦੇ ਨਾਮ ਵਿੱਚ ਲਿਵਲੀਨ ਹੋ ਗਈ। ਤੇ ਸਤਿਗੁਰੂ ਜੀ ਕਹਿੰਦੇ ਫਿਰ ਰੋਗ ਸੋਗ ਤੇਰੇ ਮਿਟੇ ਸਗਲ ਅਗ। ਤੇਰੇ ਸਾਰੇ ਹੀ ਰੋਗ ਮਿਟ ਜਾਣਗੇ, ਤੇਰੀਆਂ ਸਾਰੀਆਂ ਚਿੰਤਾਵਾਂ ਮਿਟ ਜਾਣਗੀਆਂ। ਤੇਰੀ ਜ਼ਿੰਦਗੀ 'ਚ ਜਿਹੜੀ ਹੈ ਨਾ ਦੁੱਖਾਂ ਦੀ ਗੱਲ, ਪਾਪਾਂ ਦੀ ਗੱਲ, ਇਹ ਸਾਰੀ ਖਤਮ ਹੋ ਜਾਏਗੀ। ਕਿਸੇ ਤਰ੍ਹਾਂ ਦਾ ਵੀ ਕੋਈ ਪਾਪ ਤੈਨੂੰ ਫਿਰ ਪ੍ਰੇਰਿਤ ਨਹੀਂ ਕਰ ਸਕੇਗਾ, ਤੇਰੇ ਉੱਪਰ ਭਾਰੂ ਨਹੀਂ ਹੋ ਸਕੇਗਾ। ਪਰ ਪਰਮਾਤਮਾ ਦੇ ਮੰਗਲ ਕਰਿਆ ਕਰ, ਉਹਦੀ ਕੀਰਤੀ ਗਾਇਆ ਕਰ। ਸਤਿਗੁਰੂ ਸਾਹਿਬ ਜੀ ਕਹਿੰਦੇ ਨੇ ਕਿ ਜਿਉਂ-ਜਿਉਂ ਪਰਮਾਤਮਾ ਦੇ ਗੁਣ ਗਾਵਾਂਗੇ, ਗੁਰੂ ਅਰਜਨ ਦੇਵ ਜੀ ਮਹਾਰਾਜ ਦੇ ਪਾਵਨ ਬਚਨ ਬਸੰਤ ਰਾਗ ਦੀ ਆਵਾਜ਼ ਪੜ੍ਹਦੇ, ਹਰ ਕਾ ਨਾਮ ਧਿਆਏ ਕਿ ਕੋ ਹੋ ਹਰਿਆ ਭਾਈ, ਕਰਮ ਲਿਖਨ ਤੇ ਪਾਈਏ ਇਹ ਰੁੱਤ ਸਹਾਈ। ਫਿਰ ਅੱਗੇ ਸਤਿਗੁਰੂ ਜੀ ਨੇ ਕਿਹਾ ਸੀ, ਪੰਜੇ ਬੱਧੇ ਮਹਾਬਲੀ ਕਰ ਸੱਚਾ ਟੋਆ, ਆਪਣੇ ਚਰਨ ਜਪਾਇਨ ਵਿੱਚ ਦਇਓ ਖੜੋਆ। ਰੋਗ ਸੋਗ ਸਭ ਮਿਟ ਗਏ, ਨਿਤ ਨਵਾਂ ਨਰੋਆ। ਜਿਉਂ-ਜਿਉਂ ਪਰਮਾਤਮਾ ਦੇ ਗੁਣ ਗਾਵਾਂਗੇ
ਰੋਗ ਮਿਟ ਜਾਣਗੇ, ਸੋਗ ਮਿਟ ਜਾਣਗੇ, ਚਿੰਤਾਵਾਂ ਮਿਟ ਜਾਣਗੀਆਂ, ਹਰ ਤਰ੍ਹਾਂ ਦੇ ਦੁੱਖ ਮਿਟ ਜਾਣਗੇ, ਮਨੁੱਖ ਨਵਾਂ ਨਰੋਵਾ। ਕੋਈ ਖੁਸ਼ੀਆਂ ਦਾ ਸਮਾਗਮ ਹੋਏ ਨਾ, ਜਾਂ ਸਾਡੀ ਜ਼ਿੰਦਗੀ 'ਚ ਕੋਈ ਇਹੋ ਜਿਹਾ ਮੌਕਾ ਆਏ ਜਦੋਂ ਸਾਨੂੰ ਕੋਈ ਬਹੁਤ ਵੱਡੀ ਖੁਸ਼ੀ ਮਿਲੇ, ਤੇ ਉਦੋਂ ਮਨੁੱਖ ਦਾ ਚਿਹਰਾ ਦੇਖਣ ਵਾਲਾ ਹੈ ਤਰੋ ਤਾਜ਼ਾ ਜਿਹਾ ਹੁੰਦਾ, ਬੜਾ ਪ੍ਰਸੰਨ ਚਿੱਤ ਨਜ਼ਰ ਆਉਂਦਾ ਜਦੋਂ ਕੋਈ ਖੁਸ਼ੀ ਦਾ ਮੌਕਾ ਇਹਨੂੰ ਮਿਲੇ। ਤੇ ਸਤਿਗੁਰੂ ਜੀ ਕਹਿੰਦੇ ਜੇ ਪ੍ਰਮਾਤਮਾ ਨੂੰ ਚੇਤੇ ਕਰੋਗੇ ਨਿਤ ਨਵੇਂ ਨਰੋਏ ਰਹੋਗੇ, ਨਿਤ ਤਰੋ ਤਾਜ਼ੇ ਰਹੋਗੇ, ਤੁਹਾਡੇ ਚਿਹਰੇ ਤੇ ਹਾਸਾ ਰਹੇਗਾ। ਹੁਣ ਸਾਡੇ ਚਿਹਰਿਆਂ ਤੇ ਉਹ ਮੁਸਕਾਨ ਨਹੀਂ ਹੈ, ਉਹ ਲੱਭਣੀ ਬੜੀ ਦੁਰਲੱਭ ਹੈ। ਬਾਹਰੋਂ ਸਾਡੇ ਕੱਪੜੇ ਸੋਹਣੇ ਨੇ, ਬਾਹਰੋਂ ਸਾਡੇ ਰੁਤਬੇ ਉੱਚੇ ਨੇ, ਬਾਹਰੋਂ ਸਾਡੇ ਰਹਿਣ ਬਹਿਣ ਦੇ ਕੰਮਕਾਰ ਦੇ ਸਾਧਨ ਬੜੇ ਵਧੀਆ ਨੇ, ਲੇਕਿਨ ਸਾਡੇ ਚਿਹਰਿਆਂ ਤੇ ਉਹ ਮੁਸਕਾਨ ਨਹੀਂ ਹੈ, ਸਾਡਿਆਂ ਚਿਹਰਿਆਂ ਤੇ ਉਹ ਹਾਸਾ ਨਹੀਂ ਹੈ। ਉਹਦਾ ਕਾਰਨ ਕਿ ਅੰਦਰੋਂ ਅਸੀਂ ਚਿੰਤਤ ਹਾਂ, ਅੰਦਰੋਂ ਅਸੀਂ ਦੁਖੀ ਹਾਂ। ਤੇ ਜਦੋਂ ਪ੍ਰਮਾਤਮਾ ਦੇ ਗੁਣ ਗਾਵਾਂਗੇ, ਸਤਿਗੁਰੂ ਸੱਚੇ ਪਾਤਸ਼ਾਹ ਜੀ ਕਹਿੰਦੇ ਫਿਰ ਪ੍ਰਮਾਤਮਾ ਤੇ ਭਰੋਸਾ ਵੱਜੇਗਾ, ਪ੍ਰਮਾਤਮਾ ਦੇ ਪ੍ਰਤੀ ਸਾਡੇ ਮਨ 'ਚ ਪਿਆਰ ਵੱਜੇਗਾ, ਯਕੀਨ ਆਏਗਾ। ਫਿਰ ਚਿੰਤਾ ਹੀ ਮੁੱਕ ਗਈ, ਰੋਟੀ ਦੀ ਚਿੰਤਾ ਮੁੱਕ ਗਈ, ਸਾਡੇ ਮਨ ਅੰਦਰੋਂ ਮਰਨ ਦਾ ਡਰ ਖਤਮ ਹੋ ਗਿਆ, ਮੌਤ ਦਾ ਡਰ ਖਤਮ ਹੋ ਗਿਆ। ਫਿਰ ਨਿਤ ਨਵਾਂ ਨਰੋਵਾ। ਕਿਸੇ ਮਨੁੱਖ ਨੂੰ ਮੌਤ ਦਾ ਡਰ ਦਿਓ ਤੇ ਦੇਖੋ ਨਾ ਉਹਦਾ ਚਿਹਰਾ ਕਿੱਦਾਂ ਦਾ ਹੁੰਦਾ ਹੈ। ਤੇ ਕਿਸੇ ਨੂੰ ਦੱਸ ਦਿਓ ਕਿ ਤੇਰੇ ਘਰ ਕੋ ਬੱਚੇ ਦਾ, ਪੁੱਤਰ ਦਾ ਜਨਮ ਹੋਇਆ, ਤੈਨੂੰ ਕੋ ਬਹੁਤ ਵੱਡਾ, ਤੈਨੂੰ ਕੋ ਇਨਾਮ ਮਿਲਿਆ, ਫਿਰ ਉਹਦਾ ਚਿਹਰਾ ਦੇਖੋ ਕਿੰਨਾ ਸੋਹਣਾ ਹੁੰਦਾ ਹੈ। ਇਹ ਚਿਹਰੇ ਦੀ ਤੰਦਰੁਸਤੀ ਜਾਂ ਸਰੀਰ ਦੀ ਤੰਦਰੁਸਤੀ ਸਾਡੇ ਮਨ ਦੀ ਅਵਸਥਾ ਤੇ ਨਿਰਭਰ ਕਰਦੀ ਹੈ। ਅੰਦਰੋਂ ਚਿੰਤਤ ਰਵਾਂਗੇ, ਅਸੀਂ ਬਾਹਰੋਂ ਕਦੀ ਖੁਸ਼ ਨਹੀਂ ਹੋ ਸਕਦੇ। ਠੀਕ ਹੈ, ਬੜਾ ਆਪਾਂ ਆਪਣੇ ਬਾਹਰੋਂ ਪਾਊਡਰ ਕਰੀਮ ਲਾ ਕੇ ਆਪਾਂ ਸੋਹਣੇ ਬਣਾ ਲਵਾਂਗੇ, ਪਰ ਸੋਹਣਾ ਬਾਹਰੋਂ ਬਣਿਆ ਖੁਸ਼ ਨਹੀਂ ਹੋਇਆ ਜਾਂਦਾ। ਜਦੋਂ ਅਸੀਂ ਖੁਸ਼ ਹੋਵਾਂਗੇ ਫਿਰ ਸਾਨੂੰ ਬਾਹਰਲੀਆਂ ਚੀਜ਼ਾਂ ਦੀ ਲੋੜ ਹੀ ਨਹੀਂ ਰਹਿ ਜਾਂਦੀ। ਉਦਾਂ ਹੀ ਉਹ ਮਨੁੱਖ ਦੇ ਚਿਹਰੇ ਲੋਕਾਂ ਨੂੰ ਖਿੱਚਦੇ ਨੇ ਆਪਣੇ ਵੱਲ। ਇਸ ਕਰਕੇ ਸਤਿਗੁਰੂ ਸਾਹਿਬ ਜੀ ਕਹਿੰਦੇ ਨੇ ਰੋਜ਼ ਪ੍ਰਮਾਤਮਾ ਦੇ ਗੁਣ ਗਾਇਆ ਕਰੋ, ਕੀਰਤੀ ਕਰਿਆ ਕਰੋ। ਜੇ ਕੀਰਤੀ ਕਰਦਿਆਂ ਇੱਕ ਨਿਮਕ ਭਰ ਸਮੇਂ ਲਈ ਵੀ ਨਾਮ ਤੁਹਾਡੇ ਅੰਦਰ ਵਸ ਗਿਆ, ਸੁਰਤ ਕਰਕੇ ਤੁਸੀਂ ਨਾਮ ਨੂੰ ਚੇਤੇ ਕਰ ਲਿਆ, ਤੁਹਾਡੇ ਰੋਗ, ਤੁਹਾਡੇ ਸੋਗ, ਤੁਹਾਡੇ ਦੁੱਖ, ਤੁਹਾਡੀਆਂ ਚਿੰਤਾਵਾਂ ਸਦੀਵੀਂ ਤੌਰ ਤੇ ਮਿਟ ਜਾਣਗੀਆਂ। ਤੇ ਸਤਿਗੁਰੂ ਜੀ ਕਹਿੰਦੇ ਕਿ ਅਸੀਂ ਪ੍ਰਮਾਤਮਾ ਦੇ ਗੁਣ ਗਾ ਸਕੀਏ, ਇਹਦੇ ਲਈ ਕਰਨਾ ਕੀ ਹੈ? ਪ੍ਰਮਾਤਮਾ ਦੇ ਗੁਣ ਗਾਉਣ ਦਾ ਸਾਡਾ ਸੁਭਾਅ ਬਣੇ, ਇਹਦੇ ਲਈ ਕਰਨਾ ਕੀ ਹੈ? ਕਿਉਂਕਿ ਮਨ ਨੂੰ ਰੱਬ ਵਾਲੇ ਬੰਨੇ ਲਾਉਣਾ ਮੁਸ਼ਕਲ ਹੈ, ਔਖਾ ਹੈ। ਮਨ ਦੀਆਂ ਜੋ ਆਦਤਾਂ ਬੜੀਆਂ ਨੇ, ਇਹਨਾਂ ਨੂੰ ਬਦਲਣਾ ਕੋਈ ਸੌਖੀ ਗੱਲ ਨਹੀਂ ਹੈ। ਸਾਰੀ ਜ਼ਿੰਦਗੀ ਕੋਈ ਜੰਗਲਾਂ 'ਚ ਬੈਠ ਕੇ ਦੇਖ ਲੇ, ਮਨ ਫਿਰ ਵੀ ਮਾੜੇ ਪਾਸੇ ਹੀ ਜਾਂਦਾ। ਦੇਸ਼ ਛੋੜ ਪਰਦੇਸੇ ਧਾਇਆ, ਪੰਚ ਚੰਡਾਲ ਨਾਲੇ ਲੈ ਆਇਆ। ਜੰਗਲਾਂ 'ਚ ਜਾ ਕੇ ਵੀ ਇਹ ਹੰਕਾਰ ਜਿਹੜਾ ਖਹਿੜਾ ਨਹੀਂ ਛੱਡਦਾ, ਵਿਕਾਰ ਲੱਭ ਲੁੱਭ ਖਹਿੜਾ ਨਹੀਂ ਛੱਡਦਾ। ਇਸ ਕਰਕੇ ਹੁਣ ਅਸੀਂ ਸਦਾ ਰੱਬ ਦੇ ਗੁਣ ਗਾ ਸਕੀਏ, ਉਹਦੇ ਲਈ ਕਰਨਾ ਕੀ ਹੈ? ਸਾਡਾ ਮਨ ਉਸ ਬੰਨੇ ਲੱਗੇ ਕਿਵੇਂ ਹੈ? ਮਨ ਜਿਹੜਾ ਰੱਬ ਦੇ ਗੁਣ ਗਾਉਣ ਵਾਲੇ ਬੰਨੇ ਕਿਵੇਂ ਪਤੀਜੇ? ਸਤਿਗੁਰੂ ਜੀ ਕਹਿੰਦੇ ਉਹਦੇ ਲਈ ਤਰੀਕਾ ਛੋੜ ਸਿਆਣਪ ਬਹੁ ਚਤੁਰਾਈ, ਸਾਧੂ ਸਰਣੀ ਜਾਏ ਪਾਏ। ਬੰਦਿਆ ਜੇ ਨਿਤ ਰੱਬ ਦੇ ਗੁਣ ਗਾਉਣ ਦਾ ਸੁਭਾਅ ਬਣਾਉਣਾ ਨਾ, ਫਿਰ ਸਿਆਣਪਾਂ ਛੱਡ ਦੇ, ਚਤਰਾਈਆਂ ਛੱਡ ਦੇ ਕਿ ਮੈਂ ਬੜਾ ਸਿਆਣਾ ਹਾਂ, ਮੈਂ ਬੜਾ ਰੱਬ ਨੂੰ ਚੇਤੇ ਕਰਦਾ ਹਾਂ, ਮੇਰੇ ਕੋਲ ਬੜੇ ਸਾਧਨ ਨੇ ਰੱਬ ਨੂੰ ਚੇਤੇ ਕਰਨ ਦੇ, ਮੈਂ ਤੇ ਹਰ ਵੇਲੇ ਰੱਬ ਨੂੰ ਚੇਤੇ। ਇਹ ਸਿਆਣਪਾਂ ਛੱਡ ਦੇ, ਇਹ ਚਤਰਾਈਆਂ ਚਲਾਕੀਆਂ ਛੱਡ ਕੇ। ਔਰ ਗੁਰਬਾਣੀ ਸਤਿਗੁਰੂ ਜੀ ਨੇ ਕਿਹਾ ਸੀ ਮਨ ਚੰਚਲਾ ਚਤਰਾਈ ਕਿਨੇ ਨਾ ਪਾਇਆ। ਚਤਰਾਈਆਂ ਦੇ ਨਾਲ ਅੱਜ ਤੱਕ ਕਦੀ ਕਿਸੇ ਨੇ ਰੱਬ ਨੂੰ ਨਹੀਂ ਪ੍ਰਾਪਤ ਕੀਤਾ। ਚਤਰਾਈ ਨਾ ਚਤੁਰ ਪੁਜ ਪਾਈਏ, ਅੱਜ ਤੱਕ ਚਤਰਾਈਆਂ ਰਾਹੀਂ ਉਸ ਪਰਮਾਤਮਾ ਨੂੰ ਕਿਸੇ ਨੇ ਪ੍ਰਾਪਤ ਨਹੀਂ ਕੀਤਾ। ਗੁਰਬਾਣੀ ਦਾ ਤੇ ਅਸੀਂ ਇਹ ਅਟਲ ਬਚਨ ਰੋਜ਼ ਸਭ ਤੋਂ ਪਹਿਲਾਂ ਪੜ੍ਹਦੇ, ਸਹਿਸ ਸਿਆਣਪਨ ਲੱਖ ਹੋਏ ਤਾਂ ਇੱਕ ਨਾ ਚੱਲੇ ਨਾਲ। ਲੱਖਾਂ ਸਿਆਣਪਾਂ ਹੋਣ, ਕੋਈ ਮਨੁੱਖ ਦਾ ਸਾਥ ਨਹੀਂ ਦਿੰਦੀ ਉਹ ਸਿਆਣਪ। ਸਤਿਗੁਰੂ ਸਾਹਿਬ ਜੀ ਕਹਿੰਦੇ ਛੋੜ ਸਗਲ ਸਿਆਣਪਾ ਬਹੁ ਚਤੁਰਾਈ, ਛੋੜ ਸਿਆਣਪ ਬਹੁ ਚਤੁਰਾਈ, ਸਾਧੂ ਸਰਣੀ ਜਾਏ ਪਾਏ। ਬੰਦਿਆ ਸਾਰੀਆਂ ਸਿਆਣਪਾਂ ਚਤਰਾਈਆਂ ਛੱਡ ਕੇ ਨਾ ਸਤਿਗੁਰੂ ਜੀ ਦੀ ਸ਼ਰਨ ਵਿੱਚ ਜਾ ਕੇ ਡਿੱਗ ਪਾ। ਗੁਰੂ ਦੀ ਸ਼ਰਨ ਦਾ ਅਰਥ ਇਹ ਹੈ ਕਿ ਗੁਰੂ ਦੇ ਕੋਲ ਜਾ ਕੇ ਜੋ ਗੁਰੂ ਕਹਿੰਦਾ ਉਹਨੂੰ ਮੰਨਣਾ ਸ਼ੁਰੂ ਕਰ ਦੇ। ਗੁਰੂ ਨੂੰ ਮੱਥਾ ਟੇਕਣਾ ਇਹ ਪਹਿਲਾ ਪੜਾਅ ਹੈ, ਗੁਰੂ ਕੋਲ ਆਉਣਾ ਇਹ ਪਹਿਲਾ ਪੜਾਅ ਹੈ। ਪਰ ਗੁਰੂ ਦੀ ਸ਼ਰਨ ਦਾ ਅਰਥ ਇਹ ਹੈ ਕਿ ਜੋ ਗੁਰੂ ਕਹਿੰਦਾ ਉਹਨੂੰ ਮੰਨ ਲੈਣਾ। ਸ਼ਰਨ ਦਾ ਅਰਥ ਇਹ ਹੈ ਨਾ, ਕਈ ਬੰਦਿਆਂ ਨੂੰ ਦੇਖੋ, ਕਈ ਲੋਕੀ ਜ਼ਬਰਦਸਤੀ ਕਹਿੰਦੇ ਡਿੱਗ ਪਏ ਇਹਦੇ ਅੱਗੇ, ਇਹਦੇ ਪੈਰਾਂ ਤੇ ਡਿੱਗ ਪਾ, ਜ਼ਬਰਦਸਤੀ ਸੁੱਟ ਦਿੰਦੇ ਨੇ।
ਮਨ ਨਹੀਂ ਮੰਨਿਆ ਤੇ ਜ਼ਬਰਦਸਤੀ ਸੁੱਟਣ ਨਾਲ ਕੀ ਹੋ ਜਾਏਗਾ? ਉਹ ਡਿੱਗ ਥੋੜੋ ਪਿਆ, ਸਰੀਰ ਦੇ ਡਿੱਗਣ ਨਾਲ ਕੋਈ ਡਿੱਗਦਾ ਨਹੀਂ ਹੈ। ਤੇ ਕਈ ਲੋਕੀ ਜਿਹੜੇ ਨੇ ਉਹ ਕਿਸੇ ਦੀ ਅਧੀਨਗੀ ਪ੍ਰਵਾਨ ਕਰ ਲੈਣ, ਠੀਕ ਆ ਤੂੰ ਜਿਵੇਂ ਕਹੇਂਗਾ ਕਰਾਂਗੇ, ਇਹ ਹੈ ਸ਼ਰਨ ਲੈਣਾ, ਉਹਦੇ ਅਨੁਸਾਰ ਹੀ ਚੱਲਣਾ। ਤੇ ਸਤਿਗੁਰੂ ਸਾਹਿਬ ਜੀ ਕਹਿੰਦੇ ਆਪਾਂ ਸਾਰੀਆਂ ਸਿਆਣਪਾਂ ਛੱਡ ਕੇ ਗੁਰੂ ਦੀ ਸ਼ਰਨ ਲੈ ਲਈਏ, ਜੋ ਗੁਰੂ ਸਾਨੂੰ ਕਹਿੰਦੇ ਉਸ ਤਰੀਕੇ ਨਾਲ ਚੱਲੀਏ, ਜੋ ਗੁਰ ਕਹੇ ਸੋਈ ਭਲ ਮੰਨੋ, ਜੋ ਗੁਰੂ ਕਹਿੰਦੇ ਉਹਨੂੰ ਭਲਾ ਮੰਨੀਏ। ਗੁਰ ਕੀ ਮੱਤ ਤੂੰ ਲੈ ਆਨੇ ਭਗਤ ਬਿਨਾ ਬੋ ਡੂਬੇ ਸਿਆਣੇ, ਗੁਰੂ ਕੀ ਮੱਤ ਨੂੰ ਗ੍ਰਹਿਣ ਕਰ ਲਈਏ। ਸਤਿਗੁਰੂ ਜੀ ਕਹਿੰਦੇ ਉਹ ਭਗਤੀ ਤੋਂ ਬਿਨਾ ਵੱਡੇ ਵੱਡੇ ਸਿਆਣੇ ਡੁੱਬ ਗਏ ਇਸ ਭਉ ਸਾਗਰ ਦੇ ਅੰਦਰ, ਸਿਆਣਪਾਂ ਨਾਲ ਕੋਈ ਪਾਰ ਨਹੀਂ ਉਤਰ ਸਕਿਆ। ਸਾਹਿਬ ਜੀ ਕਹਿੰਦੇ ਸਾਰੀਆਂ ਸਿਆਣਪਾਂ ਛੱਡ ਕੇ ਗੁਰੂ ਦੀ ਸ਼ਰਨ 'ਚ ਡਿੱਗ ਪਾ, ਭਾਵ ਗੁਰੂ ਨੂੰ ਸਮਰਪਣ ਕਰ ਦੇ, ਗੁਰੂ ਦੇ ਦੱਸੇ ਮਾਰਗ ਤੇ ਚੱਲ, ਗੁਰੂ ਨੇ ਜੋ ਜੀਵਨ ਜਾਚ ਦਿੱਤੀ ਉਸ ਨੂੰ ਅਪਣਾ ਲੈ। ਜੇ ਤੂੰ ਗੁਰੂ ਦੀ ਸ਼ਰਨ 'ਚ ਰਹੇਗਾ, ਗੁਰੂ ਦੀ ਸ਼ਰਨ ਦਾ ਅਰਥ ਕੀ ਹੈ? ਜਦੋਂ ਅਸੀਂ ਗੁਰੂ ਦੀ ਸ਼ਰਨ 'ਚ ਆ ਜਾਂਦੇ ਫਿਰ ਕੀ ਹੁੰਦਾ? ਗੁਰੂ ਦੀ ਸ਼ਰਨ 'ਚ ਆਉਣ ਵਾਲਾ ਪ੍ਰਾਣੀ ਜ਼ਿੰਦਗੀ 'ਚ ਫਿਰ ਧਰਮ ਦੀ ਕਿਰਤ ਕਰਦਾ ਹੈ। ਗੁਰੂ ਦੀ ਸ਼ਰਨ 'ਚ ਆਉਣ ਵਾਲਾ ਪ੍ਰਾਣੀ ਜਿਹੜਾ ਉਹ ਕਿਸੇ ਦਾ ਹੱਕ ਨਹੀਂ ਮਾਰਦਾ। ਗੁਰੂ ਦੀ ਸ਼ਰਨ 'ਚ ਆਉਣ ਵਾਲਾ ਪ੍ਰਾਣੀ ਜਿਹੜਾ ਉਹ ਝੂਠ ਨਹੀਂ ਬੋਲਦਾ, ਉਹ ਕਦੀ ਕਿਸੇ ਦਾ ਦਿਲ ਨਹੀਂ ਦਿਖਾਉਂਦਾ। ਗੁਰੂ ਦੀ ਸ਼ਰਨ 'ਚ ਆਉਣ ਵਾਲਾ ਪ੍ਰਾਣੀ ਆਪਣੇ ਕੀਤੇ ਕੰਮਾਂ ਦਾ ਕਦੀ ਹੰਕਾਰ ਨਹੀਂ ਕਰਦਾ, ਉਹ ਕਦੀ ਕੋਈ ਚਤਰਾਈ ਚਲਾਕੀ ਨਹੀਂ ਵਰਤਦਾ, ਉਹ ਰੱਬ ਦੀ ਰਜ਼ਾ ਨੂੰ ਖਿੜੇ ਮੱਥੇ ਪ੍ਰਵਾਨ ਕਰਦਾ, ਉਹ ਕਦੀ ਦੁਖੀ ਨਹੀਂ ਹੁੰਦਾ। ਇਹ ਗੁਰੂ ਦੀ ਸ਼ਰਨ ਆਉਣ ਵਾਲੇ ਪ੍ਰਾਣੀ ਦੀ ਪਹਿਚਾਣ ਹੈ। ਹੁਣ ਜਿਹੜਾ ਬੰਦਾ ਜ਼ਿੰਦਗੀ 'ਚ ਕਦੀ ਬੇਈਮਾਨੀ ਨਹੀਂ ਕਰੇਗਾ, ਧੋਖਾ ਨਹੀਂ ਕਰੇਗਾ, ਕਿਸੇ ਦਾ ਦਿਲ ਨਹੀਂ ਦਿਖਾਏਗਾ, ਝੂਠ ਨਹੀਂ ਬੋਲੇਗਾ, ਸੱਚ ਦੇ ਮਾਰਗ ਤੇ ਚੱਲੇਗਾ, ਸੱਚ ਦਾ ਸਾਥ ਦੇਵੇਗਾ, ਪਰਮਾਤਮਾ ਉਹਦੇ ਤੇ ਕਿਉਂ ਨਹੀਂ ਪ੍ਰਸੰਨ ਹੋਏਗਾ? ਪਰਮਾਤਮਾ ਤੇ ਸਦਾ ਪ੍ਰਸੰਨ ਹੀ ਹੈ, ਪਰ ਅਸੀਂ ਉਹਦੀ ਪ੍ਰਸੰਨਤਾ ਤੋਂ ਬਾਹਰ ਕਿਉਂ ਹੋ ਗਏ? ਅਸੀਂ ਉਹਦੀ ਨਜ਼ਰ ਤੋਂ ਲਾਂਭੇ ਕਿਉਂ ਹੋ ਗਏ? ਕਿਉਂਕਿ ਅਸੀਂ ਸਿਆਣੇ ਬਣ ਗਏ। ਚਤਰਾਈਆਂ, ਚਲਾਕੀਆਂ, ਸਿਆਣਪਾਂ, ਹੇਰਾ ਫੇਰੀਆਂ, ਠੱਗੀਆਂ ਠੋਰੀਆਂ ਦੇ ਜਾਲ 'ਚ ਅਸੀਂ ਫਸ ਗਏ। ਬਸ ਅਸੀਂ ਉਹਦੀ ਦਾਤ ਨੂੰ ਜਾਂ ਐਵੇਂ ਕਹਿ ਲਓ ਉਹਦੀ ਰਹਿਮਤ ਨੂੰ ਪ੍ਰਾਪਤ ਨਾ ਕਰ ਸਕੇ। ਪਰ ਜਦੋਂ ਕੋਈ ਬੰਦਾ ਗੁਰੂ ਦੀ ਸ਼ਰਨ 'ਚ ਆਉਂਦਾ ਹੈ, ਗੁਰੂ ਦੇ ਦੱਸੇ ਮਾਰਗ ਤੇ ਚੱਲਦਾ ਹੈ, ਫਿਰ ਪਰਮਾਤਮਾ ਦੀ ਪ੍ਰਸੰਨਤਾ ਉੱਥੇ ਹੋ ਜਾਂਦੀ ਹੈ। ਇਵੇਂ ਕਹਿ ਲਓ ਕਿ ਪਰਮਾਤਮਾ ਦੀ ਪ੍ਰਸੰਨਤਾ ਲੈਣ ਦੀ ਇਹ ਜੁਗਤ ਹੈ ਕਿ ਗੁਰੂ ਕੀ ਸ਼ਰਨ 'ਚ ਆ ਜਾਓ। ਪਰਮਾਤਮਾ ਸਾਨੂੰ ਦਿਸਦਾ ਨਹੀਂ ਹੈ, ਪਰਮਾਤਮਾ ਦਾ ਕੋਈ ਆਕਾਰ ਨਹੀਂ ਹੈ। ਹੁਣ ਜਿਹਦਾ ਆਕਾਰ ਨਹੀਂ, ਕੋਈ ਰੰਗ ਨਹੀਂ, ਰੂਪ ਨਹੀਂ, ਚੱਕਰ ਨਹੀਂ, ਚਿਹਨ ਨਹੀਂ, ਜਾਤ ਨਹੀਂ, ਪਾਤ ਨਹੀਂ, ਉਹਨੂੰ ਪ੍ਰਸੰਨ ਕਿਵੇਂ ਕਰੀਏ? ਅਸੀਂ ਸਰੀਰ ਵਾਲੇ ਹਾਂ, ਪਰਮਾਤਮਾ ਦਾ ਸਰੀਰ ਕੋਈ ਨਹੀਂ, ਉਹਨੂੰ ਕਿਵੇਂ ਪ੍ਰਸੰਨ ਕਰੀਏ? ਅਸੀਂ ਉਹਨੂੰ ਪ੍ਰਸੰਨ ਕਰਨ ਦੀ ਜੁਗਤ ਇਹ ਹੈ ਕਿ ਪਹਿਲਾਂ ਗੁਰੂ ਦੀ ਪ੍ਰਸੰਨਤਾ ਲੈ ਲਈਏ। ਗੁਰੂ ਦੀ ਪ੍ਰਸੰਨਤਾ ਲੈ ਲਈ, ਸਮਝੋ ਰੱਬ ਦੀ ਪ੍ਰਸੰਨਤਾ ਹੋ ਗਈ। क्योंकि गुरु ने जो मार्ग दिता है, सच का मार्ग, संत का मार्ग, धर्म की पौड़ी, ये जिहड़ा धर्म का मार्ग है ना, इहदे ते चलांगे तो परमात्मा अपने आप ही प्रसन्न हो जाएगा। इवें कह लो जिंदगी दे सच्चे मार्ग ते चलांगे तो परमात्मा की प्रसन्नता ही है। सूरज के सामने आ जाओ तो सूरज की प्रसन्नता ही है, पर सूरज कभी नाराज हुंदा है? सूरज तो कभी नाराज नहीं हुंदा किसी नाल। सूरज तो सारे नूं खुला चानण वंड रहा है, रोशनी वंड रहा है। हुण जिहड़ा अंदर लुक के बैठ गया, समझो सूरज की प्रसन्नता नहीं ले सकिया। जदों वो सामने आएगा सूरज की प्रसन्नता तो उदों ही उहनूं मिलेगी ना। इवें जदों असीं अपनी चतराइयां चलाकियां दे जाल च फस गए, जिवें कोई कमरे च बैठ जाए तो सूरज की लाइट नहीं ले सकता, बिल्कुल असीं जदों अपनियां चतराइयां चलाकियां हेरा फेरियां दे जाल च फस गए, जिन्हों जम जाल किया जाता है, फिर आप रब की प्रसन्नता तो वांझे हो गए, फिर असीं रब की नज़र तो परे चले गए। हुण जदों गुरु ने सानू कहा कि इस मार्ग ते चलो, आ चतराइयां चलाकियां हेरा फेरियां ठगियां ठोरियां छड़ दो, जाल तोड़ दो, फिर तो असीं अपने आप ही सूरज के सामने आ गए। इवें कह लो कि कमरे चों बाहर आए जे तो अपने आप ही प्रसन्नता मिल गई, मंगण की लोड़ नहीं है। सूरज कोलों धुप मंगनी पैंदी किते कि सूरज जी सानू धुप दे दिओ, मंगनी पैंदी किते। सूरज कोलों धुप मंगण की लोड़ नहीं है। सूरज तो वंड रहा अपने आप, उसका सुभाव वंडण है, सानू उहदे सन्मुख आउण दी लोड़ है। परमात्मा कोलों कुछ मंगण की लोड़ नहीं है। ये तो बहुत वड्डा साडे मनां च जिवें कह लो कि अज्ञानता कह लवांगे। असीं कहने रब लो परमात्मा पासों, परमात्मा पासों तो मंगीए तां जे रब दिंदा ना होए। असीं कोई शरीर मंगिया सी रब कोलों, जिंदगी मंगी सी रब कोलों, असीं ते मंगी नहीं सी, उन्हें त्रुट के दिती ना इन्नी कीमती जिंदगी जिहड़ी किसी मुल ते नहीं मिलती।
ਆ ਦੁਨੀਆ ਦੇ ਪਦਾਰਥ ਤਾਂ ਇੰਨੇ ਮਹਾਨ ਨਹੀਂ ਜਿੰਨੀ ਮਹਾਨ ਜ਼ਿੰਦਗੀ ਹੈ। ਇਹ ਤੇ ਮਨੁੱਖ ਦੇ ਪੈਦਾ ਕੀਤੇ ਹੋਏ ਨੇ। ਜੇ ਇੰਨੀ ਦੁਰਲੱਭ ਜ਼ਿੰਦਗੀ ਪ੍ਰਮਾਤਮਾ ਨੇ ਬਿਨਾਂ ਮੰਗਣ ਤੋਂ ਦੇ ਦਿੱਤੀ ਹੈ, ਤੇ ਬਾਕੀ ਚੀਜ਼ਾਂ ਮੰਗਣ ਦੀ ਲੋੜ ਹੈ ਕੋਈ? ਉਹ ਤੇ ਦੇਂਦਾ ਦੇ ਲੈਂਦੇ ਥੱਕ ਪਾਏ। ਉਹ ਤੇ ਦਾਤਨ ਦੇਈ ਜਾ ਰਿਹਾ, ਖਾਣ ਪੀਣ ਵਾਲੇ ਖਾ ਪੀ ਕੇ ਉਹਨੂੰ ਚੇਤੇ ਕਰਨ ਨਾ ਕਰਨਾ ਇਸ ਦੁਨੀਆ ਤੋਂ ਤੁਰੇ ਜਾ ਰਹੇ ਨੇ। ਉਹਦੇ ਭੰਡਾਰਾਂ 'ਚ ਤਾਂ ਕਮੀ ਕੋਈ ਨਹੀਂ ਹੈ। ਉਹਦੇ ਸੂਰਜ 'ਚੋਂ ਕਦੀ ਚਾਨਣ ਨਹੀਂ ਮੁੱਕਿਆ ਅੱਜ ਤੱਕ, ਉਹਦੀ ਧਰਤੀ 'ਚੋਂ ਕਦੀ ਅੰਨ ਨਹੀਂ ਮੁੱਕਿਆ ਅੱਜ ਤੱਕ, ਭੰਡਾਰ ਭਰੇ ਪਏ ਨੇ। ਪਰਮਾਤਮਾ ਪਾਸੋਂ ਮੰਗਣ ਦੀ ਲੋੜ ਨਹੀਂ ਹੈ, ਪਰਮਾਤਮਾ ਦੇ ਸਨਮੁਖ ਹੋਣ ਦੀ ਲੋੜ ਹੈ। ਸੂਰਜ ਦੇ ਸਨਮੁਖ ਹੋਵਾਂਗੇ, ਚਾਨਣ ਆਪਣੇ ਆਪ ਹੀ ਮਿਲੇਗਾ। ਪਰਮਾਤਮਾ ਦੇ ਸਨਮੁਖ ਹੋਵਾਂਗੇ ਤੇ ਸਭ ਕੁਝ ਆਪਣੇ ਆਪ ਮਿਲ ਜਾਏਗਾ। ਜੋ ਕੁਝ ਪਰਮਾਤਮਾ ਦਾ ਉਹ ਸਾਡਾ ਹੀ ਬਣ ਜਾਏਗਾ, ਪਰ ਲੋੜ ਤੇ ਸਨਮੁਖ ਹੋਣ ਦੀ ਹੈ। ਹੁਣ ਪਰਮਾਤਮਾ ਦੇ ਸਨਮੁਖ ਹੋਣ ਦੀ ਯੁਗਤ ਹੈ ਕਿ ਗੁਰੂ ਦੇ ਸਨਮੁਖ ਹੋ ਜਾਈਏ। ਗੁਰੂ ਦੇ ਸਨਮੁਖ ਹੋਣ ਦਾ ਅਰਥ ਕਿ ਗੁਰੂ ਨੇ ਜੋ ਸਾਨੂੰ ਮਾਰਗ ਦਿੱਤਾ ਹੈ ਨਾ, ਉਸ ਤੇ ਚੱਲੀਏ। ਗੁਰੂ ਕਹਿੰਦੇ ਚਤਰਾਈਆਂ ਚਲਾਕੀਆਂ ਛੱਡ ਦਿਓ, ਹੇਰਾ ਫੇਰੀਆਂ ਛੱਡ ਦਿਓ। ਗੁਰੂ ਤੇ ਸਾਨੂੰ ਕਹਿੰਦੇ ਅਸੀਂ ਤੇ ਗੁਰੂ ਨਾਲ ਵੀ ਹੇਰਾ ਫੇਰੀਆਂ ਕਰਦੇ। ਆਖੋ ਸਤਨਾਮ ਸ੍ਰੀ ਵਾਹਿਗੁਰੂ। ਅਸੀਂ ਗੁਰੂ ਕੋਲ ਆ ਕੇ ਵੀ ਇਹ ਛੱਡਣ ਲਈ ਤਿਆਰ ਨਹੀਂ ਹੈ। ਅਸੀਂ ਗੁਰੂ ਕੋਲ ਆ ਕੇ ਵੀ ਬੜੇ ਸਿਆਣੇ ਬਣ ਜਾਂਦੇ ਹਾਂ। ਜੇ ਅਸੀਂ ਇਹ ਨਾ ਹੋਈਏ ਤੇ ਸੱਚ ਜਾਣਨਾ ਇਹੋ ਜਿਹੀ ਕੋਈ ਵਜ੍ਹਾ ਨਹੀਂ ਹੈ। ਗੁਰੂ ਨੇ ਤੇ ਸਾਡੇ ਨਾਲ ਇੱਕ ਵਾਅਦਾ ਕੀਤਾ ਹੈ। ਗੁਰੂ ਨੇ ਸਾਡੇ ਨਾਲ ਇੱਕ ਪ੍ਰਣ ਕੀਤਾ ਹੈ ਕਿ ਜਬ ਲਗ ਖਾਲਸਾ ਰਹੇ ਨਿਆਰਾ ਤਬ ਲਗ ਤੇਜ ਦਿਓ ਮੈਂ ਸਾਰਾ। ਜਿੰਨਾ ਚਿਰ ਇਹ ਨਿਆਰਾ ਰਹੇਗਾ ਦੁਨੀਆ ਤੋਂ, ਨਿਆਰੇ ਦਾ ਅਰਥ ਵੱਖਰਾ ਨਹੀਂ ਹੈ ਕਿ ਮੈਂ ਇਹਨਾਂ ਤੋਂ ਵੱਖਰੇ ਹੋ ਜਾਣਾ, ਮੈਨੂੰ ਵੱਖਰਾ ਮੁਲਕ ਦੇ ਦਿਓ। ਨਿਆਰੇ ਦਾ ਅਰਥ ਵੱਖਰਾ ਨਹੀਂ ਹੈ। ਨਿਆਰੇ ਦਾ ਅਰਥ ਕਿ ਸਾਡਾ ਜੀਵਨ ਢੰਗ ਨਿਰਾਲਾ ਹੋ ਜਾਏ, ਭਗਤਾਂ ਕੀ ਚਾਲ ਨਿਰਾਲੀ। ਜੀਵਨ ਢੰਗ ਸਾਡਾ ਨਿਰਾਲਾ ਹੋ ਜਾਏ, ਜੀਵਨ ਢੰਗ ਸਾਡਾ ਗੁਰੂ ਦੇ ਦੱਸੇ ਮਾਰਗ ਤੇ ਚੱਲਣ ਦਾ ਹੋ ਜਾਏ। ਇਹ ਨਹੀਂ ਕਿ ਲੋਕੀ ਕਬਰਾਂ ਤੇ ਜਾ ਕੇ ਨੱਕ ਰੜਦੇ ਅਸੀਂ ਵੀ ਰਗੜੀ ਜਾਈ, ਜਿੱਦ ਦੁਨੀਆ ਜਾਂਦੀ ਹੈ। ਇਹ ਨਹੀਂ ਕਿ ਦੁਨੀਆ ਜਿੱਥੇ ਮਰਜੀ ਪੱਥਰਾਂ ਨੂੰ ਮੱਥੇ ਟੇਕੀ ਜਾਂਦੀ ਹੈ, ਅਸੀਂ ਵੀ ਟੇਕੀ ਜਾਈ, ਦੁਨੀਆ ਟੇਕਦੀ ਹੈ। ਨਿਰਾਲੇਪਣ ਦਾ ਅਰਥ ਕਿ ਜੋ ਸਾਨੂੰ ਗੁਰੂ ਨੇ ਮਾਰਗ ਦਿੱਤਾ ਹੈ ਕਿ ਪੂਜਾ ਅਕਾਲ ਕੀ, ਪਰਚਾ ਸ਼ਬਦ ਦਾ, ਦੀਦਾਰ ਖਾਲਸੇ ਦਾ, ਨਿਰੋਲ ਪਰਮਾਤਮਾ ਦੇ ਨਾਲ ਜੁੜਨਾ। ਕੋਈ ਗੌਰ ਮੜੀ ਮਠ ਭੂਲ ਨਾ ਮੰਨੇ, ਕੋਈ ਮਨ ਮਤ ਨੂੰ, ਕੋ ਵਰਤ ਨੂੰ, ਕੋ ਪੂਜਾ ਨੂੰ, ਕੋ ਕਰਮ ਕਾਂਡ ਨੂੰ, ਕੋ ਮੱਸਿਆ ਨੂੰ, ਕੋ ਪੁੰਨਿਆ ਨੂੰ। ਅਸੀਂ ਤੇ ਮੱਸਿਆ ਤੇ ਭੀੜਾਂ ਹੀ ਲਾਣੇ, ਕਹਿੰਦੇ ਮੱਸਿਆ ਬੜਾ ਪਵਿੱਤਰ ਦਿਹਾੜਾ ਜੇ, ਕਹਿੰਦੇ ਗੁਰੂ ਪ੍ਰਸੰਨ ਨਹੀਂ ਹੁੰਦਾ। ਬਾਕੀ ਦਿਹਾੜੇ ਮਾੜੇ ਨੇ ਫਿਰ ਕੀ? ਬਾਕੀ ਦਿਹਾੜੇ ਰੱਬ ਦੇ ਬਣਾਏ ਹੋਏ ਨਹੀਂ ਹੈ ਸਾਡੇ ਲਈ। ਤੇ ਮਹਾਦਿਵਸ ਮੂਰਤ ਭਲੇ, ਸਿੱਖ ਰੋਜ਼ ਪੜ੍ਹਦਾ ਮਹਾਦਿਵਸ ਮੂਰਤ ਭਲੇ ਜਿਸ ਕੋ ਨਦਰ ਕਰੇ। ਉਹਦੇ ਲਈ ਸਾਰੇ ਮਹੀਨੇ, ਉਹਦੇ ਲਈ ਮੁਹੂਰਤ, ਉਹਦੇ ਲਈ ਦਿਨ, ਉਹਦੇ ਲਈ ਘੜੀਆਂ ਪਵਿੱਤਰ ਨੇ, ਭਲੀਆਂ ਨੇ। ਪਰ ਅਸੀਂ ਕਹਿੰਦੇ ਸੰਗਰਾਂਦ ਦਾ ਦਿਨ ਬੜਾ ਪਵਿੱਤਰ ਹੈ, ਬਾਕੀ 29 ਦਿਨ ਸਾਡੇ ਲਈ ਪਵਿੱਤਰ ਹੀ ਨਹੀਂ ਹੈ। ਸੰਗਰਾਂਦ ਦੇ ਦਿਨ ਤੇ ਉਚੇਚੇ ਗੁਰਦੁਆਰੇ ਆਉਣਾ, ਚਲੋ ਜੀ ਆਇਆਂ ਨੂੰ, ਗੁਰੂ ਦਾ ਦਰ ਹੈ। ਮੱਸਿਆ ਦੇ ਦਿਨ ਤੇ ਭੀੜ ਲੱਗ ਜਾਣੀ, ਅੱਗੋਂ ਪਿੱਛੋਂ ਨਾ ਭੀੜ ਹੋਣੀ। ਇਹਦਾ ਮਤਲਬ ਕਿ ਅਸੀਂ ਗੁਰੂ ਦੀ ਦਿੱਤੀ ਹੋਈ ਉਹ ਜਿਹੜੀ ਸੀ ਨਾ ਨਿਰਮਲ ਜੀਵਨ ਜਾਚ, ਨਿਰਾਲਾ ਪੰਥ, ਉਹਨੂੰ ਅਜੇ ਤੱਕ ਜਾਣ ਪਹਿਚਾਣ ਨਹੀਂ ਸਕੇ, ਉਹਦੇ ਤੇ ਅਸੀਂ ਚੱਲ ਨਹੀਂ ਸਕੇ। ਗੁਰੂ ਦੇ ਸਨਮੁਖ ਹੋਣ ਦਾ ਅਰਥ ਹੈ ਕਿ ਗੁਰੂ ਨੇ ਜੋ ਰੌ ਰੀਤ ਦਿੱਤੀ ਉਹਨੂੰ ਅਪਣਾ ਲਈਏ। ਗੁਰੂ ਦੇ ਸਨਮੁਖ ਹੋਣ ਦਾ ਅਰਥ ਹੈ ਕਿ ਗੁਰੂ ਨੇ ਜਿਸ ਮਾਰਗ ਤੇ ਚੱਲਣ ਦੀ ਪ੍ਰੇਰਣਾ ਕੀਤੀ ਉਹਦੇ ਤੇ ਚੱਲ ਪਈਏ। ਜਦੋਂ ਗੁਰੂ ਦੇ ਸਨਮੁਖ ਹੋ ਗਏ, ਸਤਿਗੁਰੂ ਤੇ ਸਾਡੇ ਬਦਲੇ ਆਪਣਾ ਪਰਿਵਾਰ ਕੁਰਬਾਨ ਕਰਨ ਲਈ ਤਿਆਰ ਬੈਠੇ। ਗੁਰੂ ਨੇ ਕਹਿਤਾ ਮੇਰੇ ਘਰ 'ਚ ਜੋ ਕੁਝ ਵੀ ਹੈ, ਸਿਰ ਤੋਂ ਲੈ ਕੇ ਪੈਰਾਂ ਤੱਕ ਸਭ ਕੁਝ ਸਿੱਖ ਦਾ ਹੀ ਹੈ। ਇਹ ਗੁਰੂ ਨੇ ਪ੍ਰਣ ਕੀਤਾ ਹੈ। ਗੁਰੂ ਤੇ ਕਹਿੰਦਾ ਮੈਂ ਇਹਨਾਂ ਬਦਲੇ ਆਪਣੇ ਸਾਰੇ ਚਾਰੇ ਪੁੱਤਰ ਕੁਰਬਾਨ ਕਰਤੇ। ਫਿਰ ਕੀ ਹੋ ਗਿਆ? ਗੁਰੂ ਨੇ ਏਡਾ ਵੱਡਾ ਸਾਡੇ ਤੇ ਮਾਣ ਦਿੱਤਾ ਸਾਨੂੰ। ਲੇਕਿਨ ਜੇ ਅਸੀਂ ਗੁਰੂ ਦੇ ਸਨਮੁਖ ਨਹੀਂ ਹੋਵਾਂਗੇ, ਗੁਰੂ ਦੀ ਮਿਹਰ ਦੇ ਪਾਤਰ ਨਹੀਂ ਬਣਾਂਗੇ, ਸੱਚ ਜਾਣਨਾ ਰੱਬ ਦੇ ਸਨਮੁਖ ਨਹੀਂ ਹੋ ਸਕਦੇ, ਅਸੀਂ ਪਰਮਾਤਮਾ ਦੇ ਸਨਮੁਖ ਨਹੀਂ ਹੋ ਸਕਦੇ। ਹੁਣ ਪਰਮਾਤਮਾ ਦੀ ਰਹਿਮਤ ਨੂੰ ਪ੍ਰਾਪਤ ਕਰਨ ਦੇ ਲਈ ਕੋਈ ਅਰਦਾਸ ਬੇਨਤੀ ਕਰਨ ਦੀ ਲੋੜ ਨਹੀਂ। ਅਰਦਾਸ ਕਰੀਏ, ਪਰ ਅਰਦਾਸ ਇਸ ਲਈ ਨਾ ਕਰੀਏ ਕਿ ਵਾਹਿਗੁਰੂ ਮੈਨੂੰ ਕਾਰੋਬਾਰ ਦੇ ਦਿਓ। ਅਰਦਾਸ ਇਸ ਲਈ ਨਾ ਕਰੀਏ ਕਿ ਵਾਹਿਗੁਰੂ ਆਹ ਚੀਜ਼ ਮੈਨੂੰ ਦੇ ਦਿਓ। ਅਰਦਾਸ ਕਰੀਏ ਕਿ ਆਪਣੇ ਚਰਨਾਂ ਦਾ ਪਿਆਰ ਦੇ ਦਿਓ, ਸਾਨੂੰ ਬਲ ਬਖਸ਼ੋ ਕਿ ਅਸੀਂ ਤੁਹਾਡੇ ਚਰਨਾਂ ਨਾਲ ਜੁੜ ਸਕੀਏ, ਗਿਆਨ ਦੇ ਦਿਓ। ਲੇਕਿਨ ਸਤਿਗੁਰੂ ਜੀ ਕਹਿੰਦੇ ਜਦੋਂ ਅਸੀਂ ਗੁਰੂ ਨੂੰ ਸਮਰਪਣ ਹੋ ਜਾਵਾਂਗੇ, ਉਦੋਂ ਕੀ ਹੋਏਗਾ? ਜੋ ਹੋਏ ਕਿਰਪਾਲ ਦੀਨ ਦੁਖ ਭੰਜਨ। ਉਹ ਦੀਨਾਂ ਦੇ ਉੱਪਰ ਦਇਆ ਕਰਨ ਵਾਲਾ, ਦੁੱਖਾਂ ਨੂੰ ਕੱਟਣ ਵਾਲਾ ਪਰਮ ਪਿਤਾ ਪਰਮਾਤਮਾ ਜਦੋਂ ਤਰੁੱਟ ਪਿਆ ਸਾਡੇ ਤੇ, ਭਾਵ ਉਹਦੀ ਨਜ਼ਰ ਸਾਡੇ ਤੇ ਹੋ ਗਈ, ਉਹਦੇ ਸਨਮੁਖ ਜਦੋਂ ਹੋ ਗਏ, ਫਿਰ ਜਮ ਤੇ ਹੋਵੇ ਧਰਮ ਰਾਏ। ਇਹ ਲਾਈਨ ਬੜੀ ਭਾਵਪੂਰਤ, ਜਮ ਤੇ ਹੋਵੇ ਧਰਮ ਰਾਏ। ਜਮ ਦਾ ਡਰ ਦਿੱਤਾ ਜਾਂਦਾ ਹੈ, ਧਰਮਰਾਜ ਦਾ ਡਰ ਦਿੱਤਾ ਜਾਂਦਾ ਹੈ। ਸਤਿਗੁਰੂ ਜੀ ਨੇ ਸ਼ਬਦਾਵਲੀ ਵਰਤੀ ਹੈ
ਕਿ ਜੇ ਪ੍ਰਮਾਤਮਾ ਦੇ ਪਿਆਰ ਜੁੜ ਜਾਓਗੇ, ਜਮਦੂਤ ਡਰਦੇ ਭੱਜ ਜਾਣਗੇ, ਜਮਦੂਤ ਤੁਹਾਡੇ ਨੇੜੇ ਹੀ ਨਹੀਂ ਰਹਿਣਗੇ। ਇਹ ਜਮਦੂਤ ਧਰਮਰਾਜ ਬਣ ਜਾਏਗਾ, ਤੁਹਾਨੂੰ ਪਿਆਰ ਕਰਨ ਲੱਗ ਪਏਗਾ। ਧਰਮਰਾਏ ਨੂੰ ਹੁਕਮ ਹੈ, ਵੇ ਸੱਚਾ ਧਰਮ ਵਿਚਾਰ, ਦੋਏ ਭਾਈ ਦੁਸ਼ਟ ਆਤਮਾ ਉਹ ਤੇਰੀ ਸਰਕਾਰ। ਧਰਮਰਾਜ ਕੌਣ ਹੈ? ਧਰਮ ਦਾ ਨਿਆਂ। ਹਰ ਕੀ ਵਡਿਆਈ ਦੇਖੋ ਸੰਤੋ, ਜੋ ਕਰੇ ਸੋ ਧਰਮ ਨਿਆਏ ਰਾਮ। ਪਰਮਾਤਮਾ ਹੀ ਸਾਡੇ ਲਈ ਨਿਆਂ ਕਰਨ ਵਾਲਾ ਹੈ। ਉੱਥੇ ਸੱਚੇ ਹੀ ਸੱਚ ਨਿਬੜੈ, ਚੁਣ ਵੱਖ ਕੱਢੈ ਜਜ਼ਮਲਿਆ। ਹੋਰ ਕਿਸੇ ਜਮਰਾਜ ਤੋਂ ਸਾਨੂੰ ਡਰਨ ਦੀ ਲੋੜ ਨਹੀਂ ਹੈ, ਤੇ ਨਾ ਗੁਰਮਤਿ ਨੇ ਡਰਾਇਆ ਹੈ। ਤੇ ਉਹਨਾਂ ਲੋਕਾਂ ਨੂੰ ਜਿਹੜੇ ਇਹਨਾਂ ਚੀਜ਼ਾਂ ਨੂੰ ਮੰਨਦੇ, ਉਹਨਾਂ ਨੂੰ ਸਮਝਾਉਣ ਲਈ ਸ਼ਬਦਾਵਲੀ ਵਰਤੀ ਹੈ। ਸਤਿਗੁਰੂ ਸਾਹਿਬ ਜੀ ਕਹਿੰਦੇ ਨੇ ਕਿ ਜਮ ਕੀ ਚੀਜ਼ ਹੈ ਬਈ? ਕਬੀਰ ਮੇਰੀ ਬੁੱਧ ਕੋ ਜਮ ਨਾ ਕਰੇ ਤਿਰਸਕਾਰ, ਜਿਨ ਇਹ ਜਮੂਆਂ ਸਿਰਜਿਆ ਸੋ ਜਪਿਆ ਪਵਰਦਗਾਰ। ਇਹ ਜਮੂਆ ਨਿਮਾਣਾ ਜਿਹਾ ਜਮ, ਜਿਹਦਾ ਡਰ ਦਿੱਤਾ ਜਾਂਦਾ। ਕਹਿੰਦੇ ਜਮ ਦੀ ਸਵਾਰੀ ਝੋਟੇ ਤੇ ਹੈ, ਔਰ ਜਮ ਜਿਹੜਾ ਹੈ ਇਹ ਸੂਰਜ ਦਾ ਪੁੱਤਰ ਹੈ। ਰੱਬ ਕੇ ਸੁਤ ਕੋ ਤਿਨ ਤਰਾਸ ਕਹਾਂ, ਜੋ ਸਰਨ ਗੁਰੂ ਚਿਤ ਲਾਵਤ ਹੈ। ਰੱਬ ਦਾ ਅਰਥ ਹੈ ਸੂਰਜ, ਰੱਬ ਸ਼ਬਦ ਦਾ ਅਰਥ ਹੈ ਜਮਰਾਜ ਜਿਹਨੂੰ ਕਹਿੰਦੇ ਨੇ। ਉਹਨੂੰ ਇਹਦਾ ਕੀ ਡਰ ਹੈ ਜਿਹੜਾ ਪ੍ਰਮਾਤਮਾ ਦੇ ਚਰਨਾਂ ਨਾਲ ਜੁੜ ਗਿਆ? ਪਤਾ ਨਹੀਂ ਕਿੰਨੇ ਕੁ ਧਰਮਰਾਜ ਰੱਬ ਦੇ ਡਰ ਤੇ ਹੱਥ ਜੋੜੀ ਖੜੇ ਨੇ। ਗਾਵਨ ਤੋਂ ਜਨੋ ਰਾਜਾ ਧਰਮ ਦੁਆਰੇ, ਰੋਜ਼ ਆਪਾਂ ਪੜ੍ਹਦੇ ਕਿ ਧਰਮਰਾਜ ਜਿਹੜਾ ਨਾ ਰੱਬ ਦੇ ਦਰ ਤੇ ਹੱਥ ਜੋੜੀ ਖੜਾ ਹੈ। ਰੱਬ ਦੇ ਦਰ ਤੇ ਹੱਥ ਜੋੜੀ ਖੜਾ ਹੈ, ਉਹ ਖੜਾ ਹੀ ਹੈ। ਰੱਬ ਦੇ ਪਿਆਰਿਆਂ ਅੱਗੇ ਹੱਥ ਜੋੜਨ ਲਈ ਮਜਬੂਰ ਹੋ ਜਾਂਦਾ ਹੈ। ਜਹ ਸਾਧੂ ਗੋਬਿੰਦ ਭਜਨ ਕੀਰਤਨ ਨਾਨਕ ਨੀਤ, ਨਾ ਹੋਣਾ ਤੂੰ ਨਾ ਛੋਟੇ ਨਿਕਟ ਨਾ ਜਾਈਓ ਦੂਤ। ਉਹਨੇ ਤੇ ਉਚੇਚਾ ਇੱਕ ਸਰਕੂਲਰ ਜਾਰੀ ਕੀਤਾ, ਆਰਡਰ ਜਾਰੀ ਕੀਤਾ ਆਪਣੇ ਦੂਤਾਂ ਨੂੰ ਕਿ ਜਿੱਥੇ ਕੋਈ ਰੱਬ ਦਾ ਨਾਮ ਜਪਣ ਵਾਲੇ ਉਹਦੇ ਨੇੜੇ ਨਾ ਜਾਇਓ। ਭਾਵ ਕਿ ਧਰਮਰਾਜ ਦਾ ਸਾਨੂੰ ਕੋਈ ਡਰ ਨਹੀਂ ਹੈ। ਜਮਰਾਜ ਤੋਂ ਡਰਨਾ, ਜਮਦੂਤ ਤੋਂ ਡਰਨਾ, ਨਰਕ ਤੋਂ ਡਰਨਾ। ਨਰਕ ਕੀ ਚੀਜ਼ ਹੈ? ਕਮਨ ਸੁਰੱਖਿਆ ਨਰਕ ਵਿਚਾਰ। ਅਸੀਂ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਦੀ ਜੋ ਸਿਧਾਂਤਕ ਗੱਲ ਉਹਨੂੰ ਚੇਤੇ ਨਹੀਂ ਰੱਖਦੇ, ਤੇ ਉਹ ਜਿਹੜੀਆਂ ਅਨਮਤ ਦੀਆਂ ਉਦਾਹਰਨਾਂ ਸਤਿਗੁਰੂ ਜੀ ਨੇ ਦਿੱਤੀਆਂ ਉਹ ਸਾਨੂੰ ਚੇਤੇ ਰਹਿੰਦੇ। ਦੇਖੋ ਜੀ ਮਹਾਰਾਜ ਨੇ ਜਮਦੂਤ ਦੀ ਗੱਲ ਕੀਤੀ ਹੈ, ਮਹਾਰਾਜ ਨੇ ਨਰਕ ਦੀ ਗੱਲ ਕੀਤੀ, ਮਹਾਰਾਜ ਨੇ 84 ਲੱਖ ਜੂਨਾਂ ਦੀ ਗੱਲ ਕੀਤੀ, ਮਹਾਰਾਜ ਨੇ ਇਹ ਗੱਲ ਕੀਤੀ ਹੈ। ਉਹ ਕਿਵੇਂ ਕਿਸ ਸੰਦਰਭ ਵਿੱਚ ਕੀਤੀ ਉਹਨੂੰ ਅਸੀਂ ਜਾਣਨ ਦਾ ਯਤਨ ਨਹੀਂ ਕਰਦੇ। ਦੇਖੋ ਸਤਿਗੁਰੂ ਜੀ ਨੇ ਅਨਮਤ ਦੀਆਂ ਉਦਾਹਰਨਾਂ ਦੇ ਕੇ ਫਿਰ ਆਪਣਾ ਸਿਧਾਂਤ ਰੱਖਿਆ। ਆ ਸਦੀਵਾਰ ਪੜ੍ਹਦੇ ਹਾਂ, ਮੁਸਲਮਾਨਾਂ ਸਿਵਤ ਸ਼ਰੀਅਤ ਪਰ ਪੜ ਕਰਹਿ ਵਿਚਾਰ, ਬੰਦੇ ਸੇ ਜੇ ਪਵਿੱਚ ਬੰਦੀ ਵੇਖਣ ਕੋ ਦੀਦਾਰ। ਹੁਣ ਇੱਥੇ ਇਹ ਤਾਂ ਨਹੀਂ ਕਿ ਜਿਹੜੇ ਮੁਸਲਮਾਨਾਂ ਅਨੁਸਾਰ ਚੱਲਣਗੇ ਉਹੀ ਬੰਦੇ ਗਿਣੇ ਜਾਣਗੇ। ਮੁਸਲਮਾਨਾਂ ਦਾ ਇਹ ਯਕੀਨ ਹੈ, ਵਿਸ਼ਵਾਸ ਹੈ ਕਿ ਜੇ ਸ਼ਰ੍ਹਾ ਦੇ ਵਿੱਚ ਆਓਗੇ ਤਾਂ ਹੀ ਤੁਸੀਂ ਬੰਦੇ ਗਿਣੇ ਜਾਓਗੇ। ਹਿੰਦੂ ਸਲਾਹੀ ਸਲਾਹਨ ਦਰਸ਼ਨ ਰੂਪ ਅਪਾਰ, ਤੀਰਥ ਨਾਵੇ ਅਰਚਾ ਪੂਜਾ ਕਰ ਵਾਸ ਬੇਕਾਰ। ਇੱਥੇ ਦਾ ਅਰਥ ਨਹੀਂ ਕਿ ਤੀਰਥਾਂ ਤੇ ਤੁਸੀਂ ਜਾਓ ਐਵੇਂ ਇੱਧਰ ਉੱਧਰ ਹਰ ਸਾਲ ਹੀ ਭੱਜੇ ਫਿਰੋ। ਇਹਦਾ ਅਰਥ ਨਹੀਂ ਹੈ ਜਿਵੇਂ ਅਸੀਂ ਤੁਰ ਪਏ ਇੱਧਰ ਨੂੰ ਤੀਰਥ ਯਾਤਰਾ ਤੇ ਜਾਣਾ, ਇਹਦਾ ਅਰਥ ਇਹ ਨਹੀਂ ਸੀ। ਇੱਥੇ ਤੇ ਇੱਕ ਹਿੰਦੂ ਵਿਸ਼ਵਾਸ ਦੀ ਗੱਲ ਕੀਤੀ ਕਿ ਹਿੰਦੂ ਦੀ ਇਹ ਧਾਰਨਾ ਹੈ ਕਿ ਤੀਰਥਾਂ ਤੇ ਨਾਓਗੇ, ਅਰਚਾ ਪੂਜਾ ਕਰਚੋਗੇ ਤਾਂ ਤੁਹਾਨੂੰ ਰੱਬ ਦੀ ਰਹਿਮਤ ਮਿਲੇਗੀ। ਅੱਗੇ ਜੋਗੀ ਸੁਨ ਧਿਆਵਨ ਜੇ ਤੇ ਅਲਖ ਨਾਮ ਕਰਤਾਰ, ਸੂਖ ਮੂਰਤ ਨਾਮ ਨਿਰੰਜਨ ਕਾਇਆ ਕਾਰ। ਇੱਥੇ ਜੋਗੀਆਂ ਦੇ ਵਿਸ਼ਵਾਸ ਦੀ ਗੱਲ ਹੈ। ਇੱਥੇ ਸਤਿਗੁਰੂ ਜੀ ਨੇ ਸਤੀਆਂ ਮਨ ਸੰਤੋਖ ਉਪਜੇ ਦੇਣੇ ਕੇ ਵਿਚਾਰ, ਦੇ ਦੇ ਮੰਗੇ ਸਹਿਸਾ ਗੁਣਾ ਸੋਭ ਕਰੇ ਸੰਸਾਰ। ਜਿਹੜੇ ਲੋਕੀ ਦਾਨ ਕਰਨ ਵਾਲੇ ਨੇ, ਇਹੋ ਜਿਹੀ ਸੇਵਾ ਕਰਨ ਵਾਲੇ, ਉਹਨਾਂ ਦੀ ਗੱਲ ਕੀਤੀ ਹੈ। ਉਹ ਦਾਨ ਕਰਕੇ ਚਾਹੁੰਦੇ ਸਾਡੀਆਂ ਵੱਡੀਆਂ ਸਾਰੀਆਂ ਇੱਟਾਂ ਲੱਗ ਜਾਣ, ਸਾਡਾ ਕਿਤੇ ਨਾਮ ਲਿਖਿਆ ਜਾਏ, ਪੱਖੇ ਤੇ ਲਿਖਿਆ ਜਾਏ, ਮੜੀਆਂ 'ਚ ਲਿਖਿਆ ਜਾਏ, ਭਾਵੇਂ ਲਿਖਿਆ ਜਾਏ। ਇਹ ਉਹਨਾਂ ਦੀ ਗੱਲ ਹੈ ਜਿਹੜੇ ਦਾਨ ਕਰਕੇ ਫਿਰ ਆਪਣੀ ਵਡਿਆਈ ਚਾਹੁੰਦੇ ਨੇ। ਸੋਭ ਕਰੇ ਸੰਸਾਰ, ਕੇ ਸਾਡੀ ਦੁਨੀਆ 'ਚ ਸ਼ੋਭਾ ਹੋਣੀ ਚਾਹੀਦੀ ਹੈ। ਪਰ ਇੱਥੇ ਇਹ ਤਾਂ ਨਹੀਂ ਹੈ ਕਿ ਤੁਸੀਂ ਵੀ ਆਪਣੀ ਸ਼ੋਭਾ ਦੀ ਗੱਲ ਕਰੋ। ਇੱਥੇ ਤਾਂ ਸਤਿਗੁਰੂ ਜੀ ਨੇ ਚੋਰਾਂ ਜਾਰਾਂ ਤੇ ਕੁੜਿਆਰਾਂ ਖਰਾਬਾਂ ਵੇਕਾਰ, ਇੱਕ ਹੁੰਦਾ ਖਾਏ ਚਲੋ ਇੱਥਾਂ ਉੱਤੇ ਨਾ ਵੀ, ਚੋਰਾਂ ਦੀ ਵੀ ਗੱਲ ਕੀਤੀ। ਇੱਥੇ ਤਾਂ ਨਹੀਂ ਹੈ ਕਿ ਚੋਰੀ ਕਰੋ ਤੁਸੀਂ। ਇੱਥੇ ਸਤਿਗੁਰੂ ਜੀ ਨੇ ਸਾਰਿਆਂ ਮੱਤਾਂ ਦੀ ਵਰਗਾਂ ਦੀ ਗੱਲ ਕਰਕੇ ਅਖੀਰ ਤੇ ਗੁਰਮਤਿ ਦਾ ਸਿਧਾਂਤ ਦੱਸਿਆ ਕਿ ਨਾਨਕ ਭਗਤਾਂ ਭੁੱਖ ਸਲਾਹਣ, ਸੱਚ ਨਾਮ ਆਧਾਰ। ਇਹ ਹੈ ਗੁਰੂ ਦਾ ਉਪਦੇਸ਼, ਇਹ ਹੈ ਸਿਧਾਂਤ ਤੱਤ ਦੀ ਗੱਲ। ਸਤਿਗੁਰੂ ਜੀ ਕਹਿੰਦੇ ਭਗਤਾਂ ਦੇ ਮਨ 'ਚ ਸਦਾ ਵਾਹਿਗੁਰੂ ਜੀ ਦੀ ਸਿਫਤ ਸਲਾਹ ਦੀ ਭੁੱਖ ਰਹਿੰਦੀ ਹੈ। ਉਹਨਾਂ ਨੂੰ ਕੋਈ ਇੱਧਰ ਧਿਆਨ ਧਰੋ, ਇੱਥੇ ਤੀਰਥ ਜਾਓ, ਜੇ ਕਰੋ, ਇਹੋ ਜਿਹਾ ਕੋਈ ਉਹਨਾਂ ਨੂੰ ਚੱਕਰ ਨਹੀਂ। ਤੇ ਅਸੀਂ ਧਿਆਨ ਜੋੜਨ ਦੇ ਨਾਂ ਤੇ ਕਾਫਲੇ ਬੰਨੀ ਫਿਰਦੇ, ਫਲਾਣੇ ਥਾਂ ਤੇ ਸਿਮਰਨ ਬੜਾ ਸੋਹਣਾ ਕਰਾਉਂਦੇ ਆ, ਆਖੋ ਸਤਨਾਮ ਸ੍ਰੀ ਵਾਹਿਗੁਰੂ। ਉੱਥੇ ਜੀ ਬੜਾ ਆਨੰਦ ਹੁੰਦਾ ਸਿਮਰਨ ਕਰਨ ਦਾ। ਫਲਾਣਾ ਬੰਦਾ ਬੜੇ ਤਰੀਕੇ ਨਾਲ ਉਹਨਾਂ ਸਿਮਰਨ ਕਰਨ, ਸਵੇਰੇ ਸਵੇਰੇ ਉੱਠ ਕੇ ਇੱਧਰ ਉੱਧਰ ਹੀ ਭੱਜੇ ਫਿਰਦੇ ਆ। ਦੇਖਦੇ ਆ ਕਦੀ ਇੱਧਰ ਨੂੰ ਗੱਡੀਆਂ ਭੱਜਣ ਕੇ ਇੱਧਰ ਨੂੰ ਭੱਜਣਦੀਆਂ ਨੇ, ਇੱਧਰ ਦੇ ਉੱਧਰ ਨੂੰ ਜਾ ਰਹੇ ਹੁੰਦੇ ਨੇ, ਇੱਕ ਗੱਡੀ ਉੱਧਰ ਨੂੰ ਜਾ ਰਹੀ ਹੁੰਦੀ। ਸਵੇਰੇ ਸਵੇਰੇ ਦੇਖਿਆ ਕਰੋ ਕਦੀ ਕਿ ਸਿਮਰਨ ਸਿੱਖ ਘਰ 'ਚ ਨਹੀਂ ਕਰ ਸਕਦਾ, ਸਿਮਰਨ ਗੁਰੂ ਦੇ ਦਰ ਤੇ ਆ ਕੇ ਨਹੀਂ ਕਰ ਸਕਦਾ। ਸਿਮਰਨ ਤੇ ਅਸੀਂ ਆਪ ਕਰਨਾ ਸੀ। ਗੁਰ ਸਤਿਗੁਰ ਕਾ ਜੋ ਸਿੱਖ ਖਾਏ, ਸੋ ਭਲਕੇ ਉਠਰ ਨਾਮ ਧਿਆਵੇ, ਉਦਮ ਕਰੇ ਭਲਕੇ ਪ੍ਰਭਾਤੀ, ਇਸ਼ਨਾਨ ਕਰੇ ਅੰਮ੍ਰਿਤਸਰ ਨਾਵੇ। ਹਰ ਗੁਰਸਿੱਖ ਨੂੰ ਅੰਮ੍ਰਿਤ ਵੇਲੇ ਸਿਮਰਨ ਕਰਨ ਦੀ ਲੋੜ ਹੈ। ਹਰ ਗੁਰਸਿੱਖ ਘਰ 'ਚ ਬੈਠ ਕੇ ਵਾਹਿਗੁਰੂ ਜੀ ਦੇ ਪਿਆਰ ਜੁੜ ਸਕਦਾ ਹੈ। ਸਤ ਸੰਗਤ ਗੁਰਦੁਆਰੇ ਇਸੇ ਲਈ ਨੇ ਕਿ ਆਪਾਂ
ਗੁਰਦੁਆਰੇ ਤੇ ਸਾਡੇ ਖਾਲੀ ਪਏ ਨੇ। ਇਹ ਤੇ ਕੌੜਾ ਸੱਚ ਮੰਨਣਾ ਹੀ ਪਏਗਾ ਸਾਨੂੰ ਕਿ ਏਡੇ ਏਡੇ ਵੱਡੇ ਗੁਰਦੁਆਰੇ ਹਰ ਮਹੱਲੇ 'ਚ ਗਲੀ 'ਚ ਜਿਹੜੇ ਨੇ, ਉੱਥੇ ਤੇ ਸਤ ਸੰਗਤ ਜੁੜਦੀ ਨਹੀਂ। ਸਾਨੂੰ ਉਹ ਕਮਜ਼ੋਰੀ ਲੱਭਣੀ ਚਾਹੀਦੀ, ਕਿਉਂ ਨਹੀਂ ਜੁੜਦੀ, ਕੀ ਘਾਟ ਹੈ, ਕਿੱਥੇ ਆ ਕੇ ਜੇ ਅਸੀਂ ਏਡੀਆਂ ਵੱਡੀਆਂ ਬਿਲਡਿੰਗਾਂ ਬਣਾ ਸਕਦੇ ਹਾਂ ਤੇ ਸੰਗਤ ਕਿਉਂ ਨਹੀਂ ਜੁੜਦੀ? ਇਹ ਤੇ ਕਮਜ਼ੋਰੀ ਸਾਨੂੰ ਲੱਭਣੀ ਪਏਗੀ ਨਾ। ਉਹ ਕੀ ਲੋੜ ਪੈ ਗਈ ਕਿ ਆਪਾਂ ਇੱਥੋਂ ਛੱਡ ਕੇ ਤੇ ਉਧਰ ਨੂੰ ਜਾਈਏ, ਇੱਥੋਂ ਛੱਡ ਕੇ ਤੇ ਉਧਰ ਨੂੰ ਭੱਜੀਏ? ਇਹਦਾ ਮਤਲਬ ਇਹ ਹੈ ਸਿਮਰਨ ਸਤ ਸੰਗਤ ਵਿੱਚ ਆ ਕੇ ਸਾਨੂੰ ਗਿਆਨ ਮਿਲਣਾ ਸੀ, ਗੁਰੂ ਕੀ ਬਾਣੀ ਵਿੱਚੋਂ ਸਾਨੂੰ ਸੋਝੀ ਮਿਲਣੀ ਸੀ ਕਿ ਸਿਮਰਨ ਤੇ ਨਿਜ ਦਾ ਅਸੀਂ ਆਪ ਹੀ ਕਰਨਾ। ਤੇ ਸਤਿਗੁਰੂ ਸਾਹਿਬ ਜੀ ਕਹਿੰਦੇ ਨੇ ਕਿ ਜਦੋਂ ਮਨੁੱਖ ਗੁਰੂ ਦੇ ਸਨਮੁਖ ਹੋ ਜਾਏ ਉਦੋਂ ਉਹ ਪਰਮਾਤਮਾ ਦੇ ਸਨਮੁਖ ਹੋ ਜਾਂਦਾ ਹੈ। ਜੋ ਪਰਮਾਤਮਾ ਦੇ ਸਨਮੁਖ ਹੋ ਗਿਆ ਨਾ, ਉਹਦੀ ਜ਼ਿੰਦਗੀ 'ਚੋਂ ਸਾਰੇ ਦੁੱਖ ਦਲਿੱਦਰ ਕਲ ਕਲੇਸ਼ ਆਪਣੇ ਆਪ ਮਿਟ ਜਾਂਦੇ ਨੇ। ਉਹਨੂੰ ਇਹ ਨਹੀਂ ਕਹਿਣਾ ਪੈਂਦਾ ਕਿ ਵਾਹਿਗੁਰੂ ਮੇਰਾ ਦੁੱਖ ਦੂਰ ਕਰ ਦਿਓ। ਦੁੱਖ ਨਾਂ ਦੀ ਚੀਜ਼ ਉਹਦੀ ਜ਼ਿੰਦਗੀ 'ਚ ਰਹਿੰਦੀ ਨਹੀਂ ਹੈ। ਉਹਨੂੰ ਇਹ ਨਹੀਂ ਮੰਗਣਾ ਪੈਂਦਾ ਕਿ ਮੈਨੂੰ ਸੁੱਖ ਚਾਹੀਦਾ। ਜਿੱਥੇ ਪਰਮਾਤਮਾ ਦੀ ਨਜ਼ਰ ਆ ਗਈ ਉੱਥੇ ਕਮੀ ਕਾਹਦੀ ਹੈ? ਜਿੱਥੇ ਸੂਰਜ ਦੇ ਸਾਹਮਣੇ ਆ ਗਏ ਉੱਥੇ ਧੁੱਪ ਮੰਗਣੀ ਥੋੜ੍ਹੋ ਪੈਂਦੀ ਹੈ। ਉੱਥੇ ਹਨੇਰੇ ਨੂੰ ਭਜਾਉਣ ਲਈ ਕੋਈ ਅਰਦਾਸ ਥੋੜ੍ਹੋ ਕਰਨੀ ਪੈਂਦੀ ਹੈ। ਇਸ ਤਰ੍ਹਾਂ ਜਦੋਂ ਅਸੀਂ ਪਰਮਾਤਮਾ ਦੇ ਸਨਮੁਖ ਆ ਗਏ, ਬਾਬਾ ਫਰੀਦ ਸਾਹਿਬ ਜੀ ਦਾ ਇੱਕ ਬੜਾ ਪਿਆਰਾ ਬਚਨ, ਆਪ ਸਵਾਰੇ ਮੈਂ ਮਿਲੇ ਮੈਂ ਮਿਲਿਆ ਸੁਖ ਹੋਏ। ਫਰੀਦਾ ਜੇ ਤੂੰ ਮੇਰਾ ਹੋਏ ਰਹੇ ਸਭ ਜਗ ਤੇਰਾ ਹੋਏ। ਗੁਰੂ ਦੇ ਕੋਲ ਤੇ ਆ ਕੇ ਆਪਣੇ ਆਪ ਨੂੰ ਸਵਾਰਨਾ ਸੀ, ਪਰ ਅਸੀਂ ਸਵਾਰਨਾ ਨਹੀਂ ਚਾਹੁੰਦੇ ਸੀ। ਕੋਈ ਬੰਦਾ ਜਿਹੜਾ ਹੈ ਨਾ, ਦੇਖੋ ਅਸੀਂ ਗ੍ਰਸਤੀ ਹਾਂ, ਸੰਸਾਰੀ ਹਾਂ, ਸਾਡੀ ਜ਼ਿੰਦਗੀ 'ਚ ਔਖੇ ਉੱਚੇ ਨੀਵੇਂ ਟਾਈਮ ਆਉਂਦੇ ਨੇ, ਸਾਰਿਆਂ ਦੀ ਜ਼ਿੰਦਗੀ 'ਚ ਆਉਂਦੇ ਨੇ। ਅਸੀਂ ਅਰਦਾਸ ਕਰਦੇ ਹਾਂ ਕਿ ਆਹ ਬਿਪਤਾ ਹੈਗੀ ਹੈ, ਚਲੋ ਗੁਰੂ ਕੋਲ ਅਰਦਾਸ ਕਰੀਏ। ਤੇ ਜੇ ਆਪਾਂ ਕਿਸੇ ਮਨੁੱਖ ਨੂੰ ਕਹੀ ਭਾਈ ਗੱਲ ਇਹ ਹੈ, ਕਿਰਤ ਵਧੀਆ ਕਰਨੀ ਸ਼ੁਰੂ ਕਰ ਦੇ, ਤੂੰ ਅੰਮ੍ਰਿਤ ਵੇਲੇ ਉੱਠਣਾ ਸ਼ੁਰੂ ਕਰ ਦੇ, ਕੋਈ ਸਰੀਰ ਨੂੰ ਸਾਂਭਣਾ, ਕਹਿੰਦੇ ਨਹੀਂ ਇਹ ਬੜੀ ਔਖੀ ਗੱਲ, ਇਹ ਨਹੀਂ ਹੋਣੀ। ਅਰਦਾਸ ਕਰ ਦਿਓ ਤੁਸੀਂ, 500 ਦਾ ਨੋਟ ਤੁਹਾਨੂੰ ਦੇ ਦਿੰਦੇ, ਅਰਦਾਸ ਕਰ ਦਿਓ, ਪਾਠ ਕਰਾ ਦੇਵਾਂਗੇ, ਲੰਗਰ ਲਵਾ ਦੇਵਾਂਗੇ। ਆਹ ਕੰਮ ਨਹੀਂ ਹੋਣਾ ਸਾਡੇ ਕੋਲੋਂ। ਡਾਕਟਰ ਨੂੰ ਕਹਿੰਦੇ ਦਵਾਈ ਦੇ, ਸਾਡਾ ਇੱਕ ਸੁਭਾਅ ਬਣ ਗਿਆ। ਅਸੀਂ ਦੇਖੋ ਨਾ, ਜਿਹੜੀਆਂ ਕੰਪਨੀਆਂ ਨੇ ਦਵਾਈਆਂ ਬਣਾਈਆਂ ਉਹਨਾਂ ਦੇ ਬਿਜ਼ਨਸ ਨੂੰ ਕਿੰਨਾ ਅਸੀਂ ਵੱਡੇ ਪੱਧਰ ਤੇ ਲੈ ਗਏ, ਵੱਡੇ ਪੱਧਰ ਤੇ। ਅਸੀਂ ਕਹਿੰਦੇ ਹਾਂ, ਡਾਕਟਰ ਕਹਿੰਦੇ ਸੈਰ ਕਰਿਆ ਕਰੋ, ਬੜੇ ਚੰਗੇ ਨੇ ਡਾਕਟਰ ਸਾਹਿਬ, ਬਹੁਤ ਚੰਗੇ ਚੰਗੇ ਨੇ ਡਾਕਟਰ ਸਾਹਿਬ, ਉਹਨਾਂ ਨੂੰ ਨਮਸਕਾਰ ਹੈ ਭਾਈ, ਜਿਹੜੇ ਮਨੁੱਖਤਾ ਦੇ ਭਲੇ ਲਈ ਗੱਲ ਕਰਦੇ ਨੇ, ਬਹੁਤ ਚੰਗੇ ਨੇ ਲੋਕ ਮੈਡੀਕਲ ਦੀ ਦੁਨੀਆ ਦੇ ਅੰਦਰ। ਉਹ ਦਵਾਈ ਦੇਣ ਲੱਗਿਆਂ ਚੰਗੇ ਡਾਕਟਰ ਕਹਿਣਗੇ ਸੈਰ ਕਰਿਆ ਕਰੋ, ਇਹ ਚੀਜ਼ਾਂ ਨਾ ਖਾਇਆ ਕਰੋ, ਬਹੁਤਾ ਸੋਚਿਆ ਨਾ ਕਰੋ, ਇਹ ਐਕਸਰਸਾਈਜ਼ ਕਰਿਆ ਕਰੋ, ਸਵੇਰੇ ਉੱਠ ਕੇ ਕਿਸੇ ਬਾਗ ਬਗੀਚੇ ਜਾਇਆ ਕਰੋ। ਪਰ ਆਪਾਂ ਕਹਿੰਦੇ ਇਹ ਨਹੀਂ ਹੋਣਾ ਡਾਕਟਰ ਸਾਹਿਬ, ਦਵਾਈ ਦਿਓ ਤੁਸੀਂ, ਇਹ ਨਹੀਂ ਹੋਣਾ। ਅਸੀਂ ਕਹਿੰਦੇ ਇੱਕ ਗੋਲੀ ਨਾਲ ਠੀਕ ਹੋ ਜਾਈਏ, ਦੇ ਦੇਣਗੇ ਡਾਕਟਰ ਸਾਹਿਬ ਗੋਲੀ, ਇੱਕ ਤੋਂ ਬਾਅਦ ਦੂਜੀ ਮਿਲਣੀ ਸ਼ੁਰੂ ਹੋਏਗੀ, ਤੀਜੀ ਸ਼ੁਰੂ ਹੋਏਗੀ, ਚੌਥੀ, ਫਿਰ ਗੋਲੀਆਂ ਦੇ ਢੇਰ ਲੱਗਣੇ ਸ਼ੁਰੂ ਹੋ ਜਾਣਗੇ, ਲਈ ਜਾਓ ਗੋਲੀਆਂ ਤੁਸੀਂ। ਇਸੇ ਤਰੀਕੇ ਨਾਲ ਗੁਰੂ ਸਾਨੂੰ ਕਹਿੰਦਾ ਹੈ ਕਿ ਆਹ ਬੇਈਮਾਨੀ ਕਰਨੀ ਬੰਦ ਕਰ ਦਿਓ, ਝੂਠ ਬੋਲਣਾ ਬੰਦ ਕਰ ਦਿਓ, ਹੇਰਾ ਫੇਰੀਆਂ ਚਤਰਾਈਆਂ ਚਲਾਕੀਆਂ। ਸਤਿਗੁਰੂ ਜੀ ਨੇ ਗੱਲ ਇੱਥੋਂ ਸ਼ੁਰੂ ਕੀਤੀ ਹੈ ਕਿ ਛੋੜ ਸਿਆਣਪ ਬਹੁ ਚਤਰਾਈ। ਸਾਰੀਆਂ ਸਿਆਣਪਾਂ ਚਤਰਾਈਆਂ ਛੱਡ ਕੇ ਗੁਰੂ ਦੀ ਸ਼ਰਨ। ਗੁਰੂ ਦੀ ਸ਼ਰਨ ਦਾ ਇਹ ਨਹੀਂ ਕਿ ਗੁਰਦੁਆਰੇ ਬੈਠੇ ਰਹੋ, ਇਹ ਨਹੀਂ ਹੈ ਗੁਰੂ ਦੀ ਸ਼ਰਨ। ਗੁਰੂ ਦੀ ਸ਼ਰਨ ਦਾ ਅਰਥ ਹੈ ਕਿ ਜਿੱਥੇ ਤੁਸੀਂ ਵਿਚਰ ਰਹੇ ਹੋ ਉੱਥੇ ਧਿਆਨ ਰੱਖੋ, ਗੁਰੂ ਜਾਣਦਾ ਹੈ। ਗੁਰੂ ਨੇ ਕਿਹਾ ਬੇਈਮਾਨੀ ਨਹੀਂ ਕਰਨੀ, ਕੰਮ ਕਰਦਿਆਂ ਬੇਈਮਾਨੀ ਨਹੀਂ ਕਰਨੀ, ਇਹ ਗੁਰੂ ਦੀ ਸ਼ਰਨ ਹੈ। ਗੁਰੂ ਦੀ ਸ਼ਰਨ ਦਾ ਅਰਥ ਹੈ ਕਿ ਤੁਸੀਂ ਜਿੱਥੇ ਵਿਚਰੇ ਹੋ ਕਿਸੇ ਰੋਗੀ ਦੀ ਦੁਖੀ ਦੀ ਮਦਦ ਕਰ ਦਿਓ, ਇਹ ਗੁਰੂ ਦੀ ਸ਼ਰਨ ਹੈ, ਉੱਥੇ ਗੁਰੂ ਤੁਹਾਡੇ ਨਾਲ ਹੈ। ਗੁਰੂ ਦੀ ਗੱਲ ਨੂੰ ਆਪਣੀ ਸੁਰਤ 'ਚ ਵਸਾਈ ਰੱਖਣਾ, ਇਹ ਗੁਰੂ ਦੀ ਸ਼ਰਨ ਹੈ। ਇੱਥੇ ਤੇ ਅਸੀਂ ਗੁਰੂ ਦੀ ਗੱਲ ਸੁਣ ਲਈ ਆਉਂਦੇ ਹਾਂ, ਇੱਥੇ ਬੈਠਣਾ ਹੀ ਗੁਰੂ ਦੀ ਸ਼ਰਨ ਨਹੀਂ ਹੈ। ਮੁਬਾਰਕ ਹੈ ਸਰੀਰ ਕਰਕੇ ਇੱਥੇ ਬੈਠੇ ਹਾਂ। ਇੱਦਾਂ ਜਦੋਂ ਅਸੀਂ ਗੁਰੂ ਦੀ ਸ਼ਰਨ 'ਚ ਆ ਜਾਵਾਂਗੇ ਤੇ ਸਤਿਗੁਰੂ ਜੀ ਕਹਿੰਦੇ ਪਰਮਾਤਮਾ ਦੀ ਨਜ਼ਰ ਰਹਿਮਤ ਵਿੱਚ ਆ ਗਏ, ਤੁਹਾਡੀ ਜ਼ਿੰਦਗੀ 'ਚ ਕੋਈ ਦੁੱਖ ਨਹੀਂ ਰਹਿ ਜਾਏਗਾ। ਦੁੱਖ ਤਦੇ ਜਾਂ ਵਿਸਰ ਜਾਵੇ। ਦੁੱਖ ਤੇ ਹੈ ਹੀ ਉਦੋਂ ਸੀ ਜਦੋਂ ਅਸੀਂ ਰੱਬ ਨਾਲੋਂ ਟੁੱਟੇ ਹੋਏ ਸਾਂ। ਪਰਮੇਸ਼ਰ ਤੇ ਭੁੱਲਿਆ ਵਿਆਪਨ ਸਭੇ ਰੋਗ, ਪਰਮੇਸ਼ਰ ਨਾਲੋਂ ਟੁੱਟਣ ਕਰਕੇ ਸਾਨੂੰ ਰੋਗ ਵਿਆਪੇ ਨੇ। ਇਸ ਕਰਕੇ ਸਤਿਗੁਰੂ ਜੀ ਕਹਿੰਦੇ ਨੇ ਗੁਰੂ ਦੀ ਸ਼ਰਨ 'ਚ ਆ ਕੇ ਪਰਮਾਤਮਾ ਦੀ ਕਿਰਪਾ ਦੇ ਪਾਤਰ ਬਣ ਜਾਓ, ਪਰਮਾਤਮਾ ਆਪੇ ਮਿਲ ਪਏਗਾ। ਆਪ ਸਵਾਰੇ, ਗੁਰੂ ਕੋਲ ਆ ਕੇ ਆਪਣੇ ਆਪ ਨੂੰ ਸਵਾਰ ਲਓ, ਪਰਮਾਤਮਾ ਮਿਲ ਪਏਗਾ। ਜ਼ਿੰਦਗੀ 'ਚ ਕਿਸੇ ਚੀਜ਼ ਦੀ ਕਮੀ ਨਹੀਂ, ਸਾਰੀ ਦੁਨੀਆ ਤੁਹਾਡੀ ਹੋ ਜਾਏਗੀ। ਤੁਸੀਂ ਤੇ ਸਗਲ ਜਗਤ ਦੇ ਰਾਜੇ ਬਣ ਜਾਓਗੇ। ਰਾਜਾ ਸਗਲੀ ਸ੍ਰਿਸ਼ਟ ਕਾ ਹਰ ਨਾਮ ਮਨ ਪਿੰਨਾ। ਜਿਹਦਾ ਮਨ ਵਾਹਿਗੁਰੂ ਜੀ ਦੇ ਨਾਮ 'ਚ ਭੇਜੇਗਾ ਉਹ ਤੇ ਸਗਲ ਸ੍ਰਿਸ਼ਟ ਦਾ ਰਾਜਾ ਹੈ। ਹੁਣ ਇੱਕ ਮੁਲਕ ਦਾ ਰਾਜਾ ਹੋਏ ਤੇ ਉਹ ਮਾਣ ਨਹੀਂ, ਜਿਹੜਾ ਸਗਲ ਸ੍ਰਿਸ਼ਟ ਦਾ ਰਾਜਾ ਹੋਏ ਉਹਨੂੰ ਤੇ ਕਮੀ ਕੋਈ ਨਹੀਂ ਕਿਸੇ ਚੀਜ਼ ਦੀ। ਇਸ ਕਰਕੇ ਸਤਿਗੁਰੂ ਸਾਹਿਬ ਜੀ ਮਹਾਰਾਜ ਕਹਿੰਦੇ ਨੇ ਕਿ ਭਾਈ ਬੰਦਿਆ, ਜਦੋਂ ਤੂੰ ਪਰਮਾਤਮਾ ਦੀ ਰਹਿਮਤ ਦਾ ਪਾਤਰ ਬਣ ਗਿਆ, ਜਮ ਤੇ ਹੋਵੇ ਧਰਮ ਰਾਏ। ਆ ਜਿਹੜਾ ਜਮਦੂਤ ਦਾ ਡਰ ਨਹੀਂ ਦਿੱਤਾ ਗਿਆ, ਇਹ ਸਭ ਜਮਦੂਤ ਡਰਦੇ ਭੱਜ ਜਾਣਗੇ।
ਇਹ ਧਰਮਰਾਜ ਦੇ ਰੂਪ 'ਚ ਤੇਰੇ ਅੱਗੇ ਹੱਥ ਜੋੜ ਕੇ ਖੜੇ ਹੋ ਜਾਣਗੇ। ਗੁਰਬਾਣੀ ਇਹ ਗੱਲ ਕਹਿੰਦੀ, ਨਾਮ ਧਿਆਇਨ ਸਾਜਨਾ ਜਨਮ ਪਦਾਰ ਜੀਤ, ਨਾਨਕ ਧਰਮ ਐਸੇ ਚਵਹਿ ਕੀਤੋ ਭਵਨ ਪਨੀਤ। ਧਰਮਰਾਜ ਤੇ ਹੱਥ ਜੋੜ ਕੇ ਖੜਾ ਹੋ ਜਾਂਦਾ, ਇਹਨਾਂ ਮੇਰਾ ਘਰ ਹੀ ਪਵਿੱਤਰ ਕਰ ਦਿੱਤਾ ਹੈ। ਧਰਮਰਾਜ ਨੂੰ ਹੁਕਮ ਹੈ ਬਈ ਸੱਚਾ ਧਰਮ ਵਿਚਾਰ। ਧਰਮ ਦਾ ਅਰਥ ਹੈ ਨਿਆਂ। ਇਸ ਕਰਕੇ ਸਤਿਗੁਰੂ ਜੀ ਕਹਿੰਦੇ, ਜਦੋਂ ਤੁਸੀਂ ਪ੍ਰਮਾਤਮਾ ਦੀ ਰਹਿਮਤ ਦੇ ਪਾਤਰ ਬਣ ਗਏ, ਇਹ ਜਮਦੂਤ ਤੁਹਾਡੇ ਨੇੜੇ ਨਹੀਂ ਆਉਣਗੇ। ਜਮਦੂਤ ਉਹਨਾਂ ਲਈ ਹੈ ਜਿਹੜੇ ਜਮਦੂਤ ਨੂੰ ਮੰਨਦੇ ਨੇ, ਜਿਹੜੇ ਪ੍ਰਮਾਤਮਾ ਦੇ ਪਿਆਰ ਜੁੜ ਗਏ, ਉੱਥੇ ਜਮਦੂਤ ਦਾ ਕੰਮ ਹੀ ਕੋਈ ਨਹੀਂ ਹੈ। ਸਤਿਗੁਰੂ ਸਾਹਿਬ ਜੀ ਨੇ ਫਿਰ ਬਚਨ ਕਿ ਏਕ ਸਬਿਨ ਨਾਹੀ ਕੋ ਦੂਜਾ, ਆਨ ਨਾ ਬਿਓ ਲਵੈ ਲਾਏ। ਇਹ ਭਾਈ ਇੱਕ ਪਰਮਾਤਮਾ ਤੋਂ ਬਿਨਾਂ ਹੋਰ ਕੋਈ ਨਹੀਂ ਇਸ ਜਗਤ ਨੂੰ ਚਲਾਉਣ ਵਾਲਾ, ਮਾਰਨ ਵਾਲਾ, ਰੱਖਣ ਵਾਲਾ ਹੋਰ ਕੋਈ ਨਹੀਂ ਹੈ, ਰਿਜ਼ਕ ਦੇਣ ਵਾਲਾ ਹੋਰ ਕੋਈ ਨਹੀਂ ਹੈ। ਜਦੋਂ ਤੁਸੀਂ ਉਹਦੀ ਰਹਿਮਤ ਦੇ ਪਾਤਰ ਬਣ ਗਏ, ਫਿਰ ਆਨ ਨਾ ਬਿਓ ਲਵੈ ਲਾਏ। ਹੋਰ ਕੋਈ ਪ੍ਰਮਾਤਮਾ ਦੀ ਬਰਾਬਰਤਾ ਨਹੀਂ ਕਰ ਸਕਦਾ। ਬਿਓ ਦਾ ਅਰਥ ਹੁੰਦਾ ਦੂਜਾ, ਲਵੇ ਲਾਏ ਦਾ ਅਰਥ ਹੁੰਦਾ ਨੇੜੇ ਲੱਗਣਾ, ਉਹਦੀ ਬਰਾਬਰਤਾ ਕਰਨੀ। ਪਰਮਾਤਮਾ ਤੋਂ ਬਿਨਾਂ ਹੋਰ ਕੋਈ ਨਹੀਂ ਇਸ ਜਗਤ ਨੂੰ ਚਲਾਉਣ ਵਾਲਾ। ਪਰਮਾਤਮਾ ਦੀ ਬਰਾਬਰਤਾ ਹੋਰ ਕੋਈ ਨਹੀਂ ਕਰ ਸਕਦਾ। ਜਿਹੋ ਜਿਹਾ ਪਰਮਾਤਮਾ ਹੈ, ਕੇਵਲ ਪਰਮਾਤਮਾ ਹੀ ਹੈ। ਮਨੁੱਖ ਕਦੀ ਪਰਮਾਤਮਾ ਦੀ ਬਰਾਬਰਤਾ ਨਹੀਂ ਕਰ ਸਕਦਾ। ਹਾਂ, ਪਰਮਾਤਮਾ ਦੇ ਗੁਣ ਗਾ ਕੇ ਪਰਮਾਤਮਾ ਵਰਗਾ ਬਣ ਸਕਦਾ ਹੈ, ਪਰ ਜੇ ਹੰਕਾਰ ਚ ਕੇ ਮੈਂ ਰੱਬ ਹਾਂ, ਇਹ ਬਰਾਬਰਤਾ ਨਹੀਂ ਕਰ ਸਕਦਾ। ਸਤਿਗੁਰੂ ਸਾਹਿਬ ਜੀ ਕਹਿੰਦੇ, ਮਾਤ ਪਿਤਾ ਭਾਈ ਨਾਨਕੋ, ਸੁਖ ਦਾਤਾ ਹਰ ਪ੍ਰਾਨ ਸਾਏ। ਇਹ ਨਾਨਕ ਦੇ ਲਈ ਤਾਂ ਇਹ ਮਾਤਾ ਪਿਤਾ ਸਭ ਵਾਹਿਗੁਰੂ ਹੀ ਹੈ। ਮਾਤਾ ਦੇ ਰੂਪ ਸਾਨੂੰ ਪ੍ਰਮਾਤਮਾ ਪਾਲ ਰਿਹਾ। ਦੇਖੋ ਨਾ, ਬੱਚਾ ਇਸ ਜਗਤ 'ਚ ਆਉਂਦਾ, ਹੁਣ ਰੱਬ ਨੇ ਉਹਨੂੰ ਪਾਲਣਾ ਹੈ, ਉਹਨੂੰ ਪਾਲਣ ਲਈ ਮਾਂ ਦਿੱਤੀ ਹੈ, ਉਹਨੂੰ ਪਾਲਣ ਲਈ ਪਿਓ ਦਿੱਤਾ ਹੈ। ਇਹ ਰੱਬ ਦੀਆਂ ਦਿੱਤੀਆਂ ਦਾਤਾਂ ਨੇ ਨਾ। ਇਸ ਕਰਕੇ ਮਾਤਾ ਪਿਤਾ ਰਾਹੀਂ ਮਨੁੱਖ ਜਗਤ 'ਚ ਆਉਂਦਾ ਹੈ, ਉਹਨੂੰ ਪਾਲਦੇ ਨੇ। ਸਤਿਗੁਰੂ ਜੀ ਕਹਿੰਦੇ, ਸਾਡੇ ਲਈ ਮਾਤਾ ਪਿਤਾ ਉਹ ਪਰਮਾਤਮਾ ਹੀ ਹੈ। ਨਾਨਕ ਕੋ ਸੁਖ ਦਾਤਾ, ਸੁਖ ਦੇਣ ਵਾਲਾ ਸਾਡੇ ਲਈ ਕੇਵਲ ਇੱਕ ਪਰਮਾਤਮਾ ਹੈ। ਹਰ ਪ੍ਰਾਨ ਸਾਏ, ਸਾਡੇ ਪ੍ਰਾਣਾਂ ਦਾ ਰਖਵਾਲਾ ਵੀ ਉਹੀ ਹੈ, ਪ੍ਰਾਣ ਦੇਣ ਵਾਲਾ ਉਹੀ ਹੈ। ਹਰ ਥਾਂ ਤੇ ਉਹ ਪਰਮਾਤਮਾ ਵਸਿਆ ਹੋਇਆ ਹੈ। ਗੁਰੂ ਕੀ ਬਾਣੀ ਕਹਿੰਦੀ, ਤੂੰ ਮੇਰਾ ਪਿਤਾ, ਤੂੰ ਹੈ ਮੇਰਾ ਮਾਤਾ, ਤੂੰ ਮੇਰਾ ਬੰਧਪ, ਤੂੰ ਮੇਰਾ ਭਰਾਤਾ, ਤੂੰ ਮੇਰਾ ਰਾਖਾ, ਸਭਨੀ ਥਾਈ ਤਾਂ ਪਉ ਕਿਹਾ ਕਾੜਾ ਜੀਓ। ਸਤਿਗੁਰੂ ਜੀ ਨੇ ਤੇ ਇੱਕ ਥਾਂ ਤੇ ਗੁਰਬਾਣੀ 'ਚ ਕਿਹਾ ਹੈ, ਮਾਤ ਪਿਤਾ ਸੁਧ ਬੰਧਪ ਭਾਈ, ਨਾਨਕ ਹੁਆ ਪਾਰ ਬ੍ਰਹਮ ਸਹਾਈ। ਆ ਮਾਂ ਪਿਓ ਭੈਣ ਭਰਾ ਧੀਆਂ ਪੁੱਤਰਾਂ 'ਚੋਂ ਜਿਹੜੇ ਅਸੀਂ ਸੁੱਖ ਲੱਭਦੇ ਹਾਂ, ਇਹ ਸਭ ਪਰਮਾਤਮਾ ਦੇ ਰਾਹੀਂ ਸਾਨੂੰ ਮਿਲ ਸਕਦੇ ਨੇ। ਪਰਮਾਤਮਾ ਹੀ ਸਾਨੂੰ ਦਿੰਦਾ ਹੈ, ਤੇ ਜੋ ਸਾਨੂੰ ਇਹਨਾਂ ਕੋਲੋਂ ਨਹੀਂ ਮਿਲਿਆ ਉਹ ਸੁੱਖ ਪਰਮਾਤਮਾ ਕੋਲੋਂ ਮਿਲ ਸਕਦੇ ਨੇ। ਸਤਿਗੁਰੂ ਸਾਹਿਬ ਜੀ ਕਹਿੰਦੇ, ਹੈ ਭਾਈ, ਜ਼ਿੰਦਗੀ 'ਚ ਸਦਾ ਉਸ ਪਰਮਾਤਮਾ ਦੇ ਮੰਗਲ ਗਾਓ, ਉਹਦੀ ਕੀਰਤੀ ਕਰੋ। ਮੰਗਲ ਗਾਉਣ ਦਾ ਅਰਥ ਹੁੰਦਾ ਹੈ ਉਹਦੇ ਗੁਣ ਗਾਉਣੇ, ਉਹਦੀ ਸਿਫਤ ਸਲਾਹ ਕਰਨੀ। ਜੇ ਪਰਮਾਤਮਾ ਦੀ ਸਦਾ ਸਿਫਤ ਸਲਾਹ ਕਰੋਗੇ, ਜੇ ਇੱਕ ਨਿਮਖ ਭਾਰ ਸਮੇਂ ਲਈ ਵੀ ਤੁਹਾਡਾ ਮਨ ਪਰਮਾਤਮਾ ਦੇ ਪਿਆਰ 'ਚ ਜੁੜ ਗਿਆ, ਸਤਿਗੁਰੂ ਜੀ ਕਹਿੰਦੇ, ਸਭ ਰੋਗ, ਸਭ ਸੋਗ, ਸਭ ਦੁੱਖ, ਸਭ ਚਿੰਤਾਵਾਂ ਸਦੀਵੀ ਤੌਰ ਤੇ ਮਿਟ ਜਾਣਗੀਆਂ। ਤੁਸੀਂ ਨਿਤ ਨਵੇਂ ਨਰੋਏ ਹੋ ਜਾਓਗੇ। ਪਰ ਮਸਲਾ ਹੈ ਕਿ ਸਾਡਾ ਮਨ ਪਰਮਾਤਮਾ ਦੇ ਗੁਣ ਗਾਉਣ ਵਾਲੇ ਬੰਨੇ ਲੱਗਦਾ ਹੀ ਨਹੀਂ। ਮੁੱਖ ਤੋਂ ਅਸੀਂ ਬਾਣੀ ਪੜ੍ਹਦੇ, ਮਨ ਹੋਰ ਥਾਂ ਤੇ ਚਲਿਆ ਜਾਂਦਾ, ਗੈਰ ਹਾਜ਼ਰ ਹੋ ਜਾਂਦਾ ਹੈ। ਅਸੀਂ ਬੈਠੇ ਗੁਰੂ ਦੀ ਹਜ਼ੂਰੀ 'ਚ ਹੁੰਦੇ ਹਾਂ, ਮਨ ਹੋਰ ਹੀ ਸ਼ਰਾਰਤਾਂ ਵਾਲੇ ਬੰਨੇ ਭੱਜਾ ਫਿਰਦਾ ਹੈ। ਮਨ ਦਾ ਇੱਕ ਸੁਭਾਅ ਹੈ, ਮਨ ਚੰਚਲ ਹੈ, ਮਨ ਨੀਵੇਂ ਪਾਸੇ ਜ਼ਿਆਦਾ ਜਾਣਾ ਚਾਹੁੰਦਾ ਹੈ। ਇਸ ਮਨ ਨੂੰ ਹੁਣ ਸਿੱਧੇ ਕਰਨ ਦਾ ਤਰੀਕਾ ਸਤਿਗੁਰੂ ਜੀ ਨੇ ਦੱਸਿਆ, ਉਹ ਹੈ ਕਿ ਛੋੜ ਸਿਆਣਪ ਬਹੁ ਚਤਰਾਈ, ਸਾਧੂ ਸਰਣੀ ਜਾਏ ਪਏ। ਭਾਈ ਬੰਦਿਆ, ਆਪਣੀਆਂ ਸਿਆਣਪਾਂ ਚਤਰਾਈਆਂ ਛੱਡ ਕੇ ਗੁਰੂ ਦੀ ਸਰਣ 'ਚ ਆ ਕੇ ਡਿੱਗ ਪਾ, ਗੁਰੂ ਨੂੰ ਸਮਰਪਣ ਹੋ ਜਾ, ਗੁਰੂ ਦੇ ਦੱਸੇ ਮਾਰਗ ਤੇ ਚੱਲ। ਜਦੋਂ ਤੂੰ ਗੁਰੂ ਦੇ ਦੱਸੇ ਮਾਰਗ ਤੇ ਚੱਲੇਗਾ, ਪਰਮਾਤਮਾ ਦੀ ਆਪਣੀ ਆਪ ਰਹਿਮਤ ਹੋ ਜਾਏਗੀ। ਇਵੇਂ ਕਹਿ ਲਓ ਕਿ ਪਰਮਾਤਮਾ ਨੇ ਆਪਣੇ ਨਾਲ ਜੋੜਨ ਦੇ ਲਈ ਸਾਨੂੰ ਗੁਰੂ ਦੇ ਨਾਲ ਜੋੜਿਆ। ਪਰਮਾਤਮਾ ਦੀ ਮਿਹਰ ਹੋਏ ਨਾ, ਬਖਸ਼ਿਸ਼ ਹੋਏ, ਨਦਰ ਕਰੇ ਜੇ ਆਪਣੀ ਤਾਂ ਨਦਰੀ ਸਤਿਗੁਰ ਪਾਇਆ। ਇਹ ਜੀਓ ਬਹੁਤੇ ਜਨਮ ਭਰਮਿਆ ਤਾਂ ਸਤਿਗੁਰ ਸ਼ਬਦ ਸੁਣਾਇਆ। ਜਦੋਂ ਉਹਦੀ ਮਿਹਰ ਹੁੰਦੀ ਹੈ, ਉਦੋਂ ਮਨੁੱਖ ਗੁਰੂ ਕੋਲ ਆਉਂਦਾ। ਵੱਡ ਭਾਗੀ ਹਰ ਸੰਗਤ ਪਾਵੈਂ, ਭਾਗਹੀਨ ਭ੍ਰਮ ਚੋਟਾਂ ਖਾਵੈਂ, ਬਿਨ ਭਾਗਾਂ ਸਤ ਸੰਗ ਨਾ ਲੱਭੈ, ਬਿਨ ਸੰਗਤ ਮੈਲ ਭਰੀਜੇ ਜੀਓ। ਧੰਨ ਗੁਰੂ ਅਰਜਨ ਦੇਵ ਜੀ ਮਹਾਰਾਜ ਦਾ ਇਹ ਮੁੱਖ ਵਾਕ, ਜੋ ਗੁਰੂ ਗ੍ਰੰਥ ਸਾਹਿਬ ਜੀ ਦੇ 1208 ਅੰਗ ਤੇ ਅੰਕਿਤ ਹੈ। ਇਸ ਰਾਹੀਂ ਸਤਿਗੁਰੂ ਜੀ ਸਾਨੂੰ ਉਸ ਪਰਮਾਤਮਾ ਦੇ ਗੁਣ ਗਾਉਣ ਦੀ ਪ੍ਰੇਰਣਾ ਦਿੰਦੇ ਆ ਕਿ ਜੇ ਗੁਣ ਗਾਉਂਦਿਆਂ ਇੱਕ ਨਿਮਖ ਪਰ ਸਮੇਂ ਲਈ ਵੀ ਤੁਹਾਡਾ ਮਨ ਵਾਹਿਗੁਰੂ ਜੀ ਦੇ ਪਿਆਰ 'ਚ ਜੁੜ ਗਿਆ, ਦੁੱਖ ਰੋਗ ਕਲੇਸ਼ ਸਾਰੀ ਜ਼ਿੰਦਗੀ 'ਚੋਂ ਮਿਟ ਜਾਣਗੇ। ਪਰ ਉਹਦੇ ਪਿਆਰ ਜੁੜਨ ਦੀ ਪਹਿਲੀ ਸ਼ਰਤ, ਪਹਿਲਾ ਪੜਾਅ ਇਹ ਹੈ, ਆਪਾਂ ਗੁਰੂ ਦੀ ਸ਼ਰਨ 'ਚ ਆ ਜਾਈਏ, ਗੁਰੂ ਕੋਲ ਆ ਕੇ ਆਪਣੇ ਮਨ ਦੀਆਂ ਸਿਆਣਪਾਂ ਛੱਡ ਦਈਏ।
ਸਤਿਗੁਰੂ ਜੀ ਨੇ ਇੱਕ ਸਾਨੂੰ ਵਾਅਦਾ ਕੀਤਾ, ਤਿਆਗੇ ਮਨ ਕੀ ਮਤੜੀ ਵਿਸਾਰੇ ਦੂਜਾ ਭਾਓ ਜੀਓ, ਇਉਂ ਪਾਵੇਂ ਹਰ ਦਰਸਾਵੜਾ ਨਾ ਲੱਗੇ ਤਤੀ ਵਾਓ ਜੀਓ। ਉਹ ਬੰਦੇ ਮਨ ਦੀ ਮਤ ਤਾਂ ਤਿਆਗ, ਮਨ ਦੀ ਮਤ ਤਿਆਗ ਕੇ ਦੇਖੇਗਾ ਤੇਰਾ ਆਪਣੇ ਆਪ ਹੀ ਰੱਬ ਦੇ ਦੀਦਾਰ ਹੋ ਜਾਣਗੇ। ਇਹਦਾ ਮਤਲਬ ਕਿ ਰੱਬ ਤਾਂ ਸਾਡੇ ਕੋਲ ਹੈ, ਮਨ ਦੀ ਮਤ ਵਿੱਚ ਅੜਿੱਕਾ ਹੈ। ਉਹ ਮਨ ਦੀ ਮਤ ਤਿਆਗਣੀ ਔਖੀ ਹੈ। ਬੰਦਾ ਸਭ ਕੁਝ ਛੱਡਣ ਲਈ ਤਿਆਰ ਹੈ, ਪਰ ਮਨ ਦੀ ਮਤ ਛੱਡਣ ਲਈ ਤਿਆਰ ਨਹੀਂ ਹੈ। ਆਪਾਂ ਦੇਖਦੇ ਹਾਂ ਹੰਕਾਰ ਵਿੱਚ ਬੰਦਾ ਮਰ ਜਾਂਦਾ, ਸਰੀਰ ਖਤਮ ਹੋ ਜਾਂਦੇ ਨੇ, ਘਰ-ਬਾਰ ਬਰਬਾਦ ਹੋ ਜਾਂਦੇ ਨੇ, ਕੰਮ ਧੰਦੇ ਛੱਡੇ ਜਾਂਦੇ ਨੇ। ਪਰ ਬੰਦੇ ਨੂੰ ਕਹੇ ਨਾ ਕਿ ਹੰਕਾਰ ਮਨ ਦੀ ਮਤ ਛੱਡ ਦੇ, ਕਦੀ ਛੱਡਣ ਲਈ ਤਿਆਰ ਨਹੀਂ ਹੈ, ਨਾਲ ਹੀ ਜਾਂਦੀ ਹੈ। ਇਹੀ ਸਤਿਗੁਰੂ ਜੀ ਕਹਿੰਦੇ ਛੱਡਣੀ ਔਖੀ ਹੈ। ਮਨ ਕੀ ਮਤ ਤਿਆਗੋ ਹਰ ਜਨ, ਇਹ ਹੈ ਬਾਤ ਕਠੈਨੀ, ਇਹ ਔਖੀ ਗੱਲ ਹੈ। ਪਰ ਗੁਰੂ ਕੋਲ ਆ ਕੇ ਜਦੋਂ ਛੱਡ ਦੇਵਾਂਗੇ, ਸਤਿਗੁਰੂ ਜੀ ਕਹਿੰਦੇ ਸਾਨੂੰ ਪਰਮਾਤਮਾ ਦੀ ਰਹਿਮਤ ਮਿਲ ਜਾਏਗੀ। ਕੋਈ ਜਮਰਾਜ ਸਾਡੀ ਜ਼ਿੰਦਗੀ 'ਚ ਨਹੀਂ ਆ ਸਕੇਗਾ, ਕੋਈ ਦੁੱਖ ਸਾਨੂੰ ਡਰਾ ਨਹੀਂ ਸਕੇਗਾ। ਇਹ ਜੰਮ ਜਿਹੜਾ ਹੈ ਸਰੀਰ ਤੋਂ ਬਾਅਦ ਨਹੀਂ ਹੈ, ਇਸ ਜ਼ਿੰਦਗੀ 'ਚ ਸਾਨੂੰ ਘੇਰੀ ਫਿਰਦਾ। ਇਹ ਜਿੰਨੀਆਂ ਬੁਰਾਈਆਂ ਨੇ, ਇਹ ਜਿੰਨੇ ਔਗਣ ਨੇ, ਇਹ ਜਿੰਨੇ ਸਾਡੀ ਜ਼ਿੰਦਗੀ 'ਚ ਵਿਕਾਰ ਨੇ, ਇਹ ਜਮਾਂ ਦਾ ਜਾਲ ਹੀ ਸਾਨੂੰ ਪਿਆ ਹੋਇਆ, ਜਿਹਦੇ 'ਚ ਅਸੀਂ ਨਿਕਲ ਨਹੀਂ ਸਕਦੇ ਔਰ ਜਿਨ੍ਹਾਂ 'ਚ ਪੈ ਕੇ ਅਸੀਂ ਦੁਖੀ ਹੋ ਰਹੇ ਹਾਂ। ਇਸ ਜਮਾਂ ਦੇ ਜਾਲ ਨੂੰ ਤੋੜਨ ਦਾ ਤਰੀਕਾ ਹੈ ਕਿ ਗੁਰੂ ਕੀ ਸ਼ਰਨ 'ਚ ਆ ਜਾਈਏ, ਗੁਰੂ ਦੇ ਦੱਸੇ ਮਾਰਗ ਤੇ ਚੱਲੀਏ। ਸਤਿਗੁਰੂ ਸਾਹਿਬ ਜੀ ਕਹਿੰਦੇ ਜਦੋਂ ਅਸੀਂ ਗੁਰੂ ਦੀ ਸ਼ਰਨ 'ਚ ਆ ਕੇ ਰੱਬ ਦੀ ਮਿਹਰ ਦੇ ਪਾਤਰ ਬਣ ਗਏ, ਫਿਰ ਅਸੀਂ ਜਿੱਧਰ ਦੇਖਾਂਗੇ ਸਾਨੂੰ ਨਜ਼ਰ ਆਏਗਾ ਕਿ ਪਰਮਾਤਮਾ ਵਰਗਾ ਕੋਈ ਨਹੀਂ, ਪਰਮਾਤਮਾ ਦੀ ਬਰਾਬਰਤਾ ਕੋਈ ਨਹੀਂ ਕਰ ਸਕਦਾ। ਸਾਡੇ ਲਈ ਤਾਂ ਸਭ ਕੁਝ ਉਹ ਪਰਮਾਤਮਾ ਹੀ ਹੈ, ਵਾਹਿਗੁਰੂ ਹੀ ਹੈ। ਫਿਰ ਹਰ ਥਾਂ 'ਤੇ ਉਹਦੇ ਪਿਆਰ 'ਚ ਆਪਾਂ ਵਿਚਰਾਂਗੇ। ਸਤਿਗੁਰੂ ਜੀ ਮਿਹਰ ਕਰਨ, ਗੁਰੂ ਕੇ ਇਹ ਮਹਾਨ ਕੀਮਤੀ ਬਚਨ ਸਾਡੇ ਹਿਰਦੇ 'ਚ ਵਸਣ। ਅਸੀਂ ਨਿਤ ਉਸ ਪਰਮਾਤਮਾ ਦੇ ਗੁਣ ਗਾਈਏ, ਕੀਰਤੀ ਕਰੀਏ। ਗੁਣ ਗਾਉਣ ਦੇ ਲਈ ਬੜੇ ਬਹਾਨੇ ਨੇ ਸਾਡੇ ਕੋਲ। ਜੇ ਗੁਣ ਗਾਉਣੇ ਹੋਣ, ਜਿਹੜੇ ਬੰਦੇ ਨੇ ਮਾੜੇ ਕੰਮ ਕਰ ਲਏ ਨੇ ਉਹਦੇ ਲਈ ਮਾੜੇ ਕੰਮ ਕਰਨ ਲਈ ਬੜੇ ਬਹਾਨੇ ਨੇ, ਪਰ ਜਿਹਨੇ ਰੱਬ ਦੇ ਗੁਣ ਗਾਉਣੇ ਨੇ ਉਹਦੇ ਲਈ ਤੇ ਬੜੇ ਸਾਧਨ ਨੇ ਰੱਬ ਦੇ ਗੁਣ ਗਾਉਣ ਦੇ ਲਈ। ਸਤਿਗੁਰੂ ਜੀ ਕਹਿੰਦੇ ਨੇ ਗਾਵੇ ਕੋ ਤਾਣ ਹੋਵੇ ਕਿਸੇ ਤਾਣ, ਗਾਵੇ ਕੋ ਦਾਤ ਜਾਣੇ ਨਿਸ਼ਾਨ। ਰੱਬ ਦੀਆਂ ਦਿੱਤੀਆਂ ਦਾਤਾਂ ਨੂੰ ਉਹਦੀ ਨਿਸ਼ਾਨੀ ਜਾਣ ਕੇ ਉਹਦੇ ਗੁਣ ਗਾਉਣੇ, ਉਹਨੂੰ ਚੇਤੇ ਕਰਨਾ। ਕਿਸੇ ਨੇ ਸਾਨੂੰ ਕੋਈ ਨਿਸ਼ਾਨੀ ਦਿੱਤੀ ਹੋਏ ਨਾ ਪਿਆਰ ਦੇ ਨਾਲ, ਕਿਤੇ ਪਿਆਰ ਪੈ ਜੇ ਸਾਨੂੰ ਆਪਣੀ ਨਿਸ਼ਾਨੀ ਦਿੰਦਾ, ਉਹਨੂੰ ਚੇਤੇ ਕਰਕੇ ਦੇਖਦੇ ਹਾਂ ਉਹ ਚੇਤੇ ਆ ਜਾਂਦਾ ਕਿ ਫਲਾਣੇ ਸਾਡੇ ਮਿੱਤਰ ਨੇ ਦਿੱਤੀ ਹੈ, ਫਲਾਣੇ ਰਿਸ਼ਤੇਦਾਰ ਨੇ ਦਿੱਤੀ ਹੈ। ਤੇ ਰੱਬ ਨੇ ਜੋ ਕੁਝ ਦਿੱਤਾ ਸਾਨੂੰ, ਉਹਨੂੰ ਦੇਖ ਕੇ ਆਪਾਂ ਕਹਦੇ ਘਰ ਵਾਹਿਗੁਰੂ ਨੇ ਦਿੱਤਾ ਹੈ, ਇਹ ਧੀਆਂ ਪੁੱਤਰ ਵਾਹਿਗੁਰੂ ਜੀ ਦੀ ਬਖਸ਼ਿਸ਼ ਹੈ, ਕਾਰੋਬਾਰ ਵਾਹਿਗੁਰੂ ਜੀ ਦੀ ਬਖਸ਼ਿਸ਼। ਇਹੀ ਤਾਂ ਰੱਬ ਦੇ ਗੁਣ ਗਾਉਣੇ ਆ। ਜਦੋਂ ਨਿਤ ਰੱਬ ਦੇ ਗੁਣ ਗਾਉਂਦੇ ਰਵਾਂਗੇ, ਕਦੀ ਤੇ ਸਾਡੇ ਮਨ 'ਚ ਰੱਬ ਦਾ ਪਿਆਰ ਵਸੇਗਾ। ਜਦੋਂ ਵਸ ਗਿਆ, ਉਹਦੀ ਰਹਿਮਤ ਦੇ ਪਾਤਰ ਬਣ ਗਏ, ਸਤਿਗੁਰੂ ਜੀ ਕਹਿੰਦੇ ਜ਼ਿੰਦਗੀ 'ਚੋਂ ਦੁੱਖਾਂ ਦੀ ਗੱਲ ਦੂਰ ਹੋ ਜਾਏਗੀ। ਇੰਨੀਆਂ ਬੇਨਤੀਆਂ ਪ੍ਰਵਾਨ ਕਰਨੀਆਂ ਜੀ। ਭੁੱਲ ਚੁੱਕ ਦੀ ਖਿਮਾ, ਗਰੀਬ ਨਿਵਾਜ ਸਤਿਗੁਰੂ ਜੀ ਬਖਸ਼ਿਸ਼ ਕਰਨ। ਇਹ ਬਚਨ ਸਾਡੇ ਹਿਰਦੇ 'ਚ ਵਸਣ ਜੀਓ। ਸਰਬੱਤ ਨੂੰ ਆਪਣੇ ਦਰੋਂ ਕਰੋ ਨਾਮ ਬਾਣੀ ਦਾ ਪਿਆਰ ਬਖਸ਼ਣ। ਪਿਆਰ ਸਹਿਤ ਬੁਲਾਓ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।